ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੁਕਹੁ ਟਲ ਗੁਰ ਸੇ ਅਹਨਸ ਸਹਿਜ ਦਰਸ਼ਨ ਪਰਸੈ ਗੁਰੂ ਕੈ ਹੋਵੈ ਸਿਫਤ ਖਸਮ ਦੀ ਤੁਧ ਡਿਠੇ ਸੱਚੇ ਪਾਤਸ਼ਾਹ ਸੱਜਣ ਸੱਚਾ ਪਾਤਸ਼ਾਹ ਜਿਸ ਪਾਸ ਬੈਠਿਆ ਸੋਈਐ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸ਼ੇਖ ਫਰੀਦ ਕੇ ਇਕ ਓੰਕਾਰ ਸਤਿਗੁਰ ਪ੍ਰਸਾਦ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਈੜਿਆਂ ਏੜਾ ਜਲੈ ਮਜੀਠ ਜਿਉ ਉੱਪਰ ਅੰਗਾਰਾ ਫਰੀਦਾ ਲੋੜੈ ਦਾਖ ਬਜੌਰੀਆਂ ਕਿੱਕਰ ਬੀਜੈ ਯਟ ਹੰਡੈ ਉਨਕ ਤਾਈਂਦਾ ਪੈਦਾ ਲੋੜੈ ਪਟ ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹ ਚੱਲਾਂ ਤਾਂ ਭਿੱਜੈ ਕੰਬਲੀ ਰਹਾਂ ਤਾਂ ਟੁੱਟੈ ਨੇਹ ਭਿੱਜੋ ਸਿੱਜੋ ਕੰਬਲੀ ਅੱਲ੍ਹੈ ਵਰਸੋ ਮੇਹ
जाए मिला तिना सजना, टुटो नाही ने। वाहिगुरु जी का खालसा, वाहिगुरु जी की फतेह। जुगो जुग अटल चवर छत्र तख्त दे मालिक, दीना बंधु भगत वैशल सर्व शक्तिमान सतगुरु गरीब नवाज जी ने महान किरपा की है। ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਨਿਤਨੇਮ ਹੋਏ। ਉਪਰੰਤ ਆਸਾ ਜੀ ਦੀ ਵਾਰ ਦਾ ਹਰ ਜਸ ਕੀਰਤਨ ਹੋਇਆ ਔਰ ਚੱਲ ਰਹੀ ਲੜੀਵਾਰ ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਲੋਕਾਂ ਦੀ ਕਥਾ ਆਪ ਸੰਗਤਾਂ ਸਰਵਣ ਕਰਦੇ ਹੋ। ਇਹ ਜੋ ਸ਼ਹਾਦਤ ਦੇ ਮਹੀਨੇ ਚੱਲ ਰਹੇ ਹਨ, ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਸਾਨੂੰ ਜ਼ਿੰਦਗੀ ਜੀਣ ਦਾ ਤਰੀਕਾ ਦੱਸ ਕੇ ਗਏ ਨੇ। ਇਹ ਕਿਸ ਤਰ੍ਹਾਂ ਮੇਰੇ ਸਿੱਖਾਂ ਨੇ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ। ਸੋ ਆਓ ਸਾਧ ਸੰਗਤ ਕੁਝ ਸਮਾਂ ਉਹਨਾਂ ਸ਼ਹੀਦਾਂ ਨੂੰ ਭਾਵਨਾ ਦੇ ਫੁੱਲ ਅਰਪਣ ਕਰੀਏ। ਸਾਰੇ ਜੁੜੋ, ਉਪਰੰਤ ਵਿਚਾਰ ਹੋਣੀ ਹੈ ਪ੍ਰੇਮ ਦੇ ਨਾਲ ਜੀ। ਵਾਹਿਗੁਰੂ 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 ਕਰ ਸਾਈਂ ਸਿਉ ਪਿਰਹੜੀ, ਕਰ ਸਾਈਂ ਸਿਉ ਪਿਰਹੜੀ, ਸਾਈਂ ਸਿਉ ਪਿਰਹੜੀ, ਕਰ 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 ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋ
ਵੇਲਾ ਹੋਏ। ਰੰਗ ਨਵੇਲਾ ਹੋਏ, ਰੰਗ ਨਵੇਲਾ ਹੋਏ, ਰੰਗ ਨਵੇਲਾ ਹੋਏ, ਰੰਗ ਨਵੇਲਾ ਹੋਏ। ਰੰਗ ਨਵੇਲਾ ਹੋਏ, ਰੰਗ ਨਵੇਲਾ ਹੋਏ। ਕਰ ਸਾਈਂ ਸਿਉ ਪਿਰਹੜੀ, ਕਰ ਸਾਈਂ ਸਿਉ ਪਿਰਹੜੀ। ਕਰ ਸਾਈਂ ਸਿਉ ਪਿਰਹੜੀ, ਕਰ ਸਾਈਂ ਸਿਉ ਪਿਰਹੜੀ। ਧੰਨ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪਿਆਰ ਕਰ ਆਪਣੇ ਮਾਲਕ, ਆਪਣੇ ਸਾਈਂ ਨੂੰ ਰੱਖ। ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਦੇ ਮਾਲਕ ਨੇ, ਦਇਆ ਦੇ ਦਾਤੇ ਹਨ। ਆਪ ਸਰਬ ਕਲਾ ਭਰਪੂਰ ਸਤਿਗੁਰੂ ਮਹਾਰਾਜ ਜੀ, ਗੁਰੂ ਗਰੀਬ ਨਵਾਜ ਜੀ, ਪਿਆਰ ਕਰਿਆ ਕਰ। ਫਰੀਦ ਕਹਿੰਦਾ ਜਿੰਨਾ ਵੀ ਹੁੰਦਾ ਹੈ, ਜਿੰਨਾ ਵੀ ਕਰ ਸਕੇ ਓਨਾ ਹੀ ਪਿਆਰ ਕਰੀ। ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਵਰਤ ਰਹੀ ਹੈ। ਆਓ ਬਾਬਾ ਫਰੀਦ ਸਾਹਿਬ ਦੇ ਪਿਆਰ ਦੀ, ਉਹਨਾਂ ਦੀ ਸ਼ਕਰ ਗੰਜ ਦੀ ਮਿਠਾਸ ਨੂੰ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇਣ। ਜੋ ਮਹਾਰਾਜ ਫਰੀਦ ਸਾਹਿਬ ਜੀ ਕਹਿੰਦੇ ਬਹੁਤ ਬਖਸ਼ਿਸ਼ ਦੇ ਖਜ਼ਾਨੇ ਹੈ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਮਿੱਤਰਾਂ, ਸੱਜਣਾ, ਰਿਸ਼ਤੇਦਾਰਾਂ ਨੂੰ, ਸਾਰਿਆਂ ਵਾਸਤੇ ਬੰਦਾ ਦਿਨੇ ਰਾਤ ਭੱਜਦਾ, ਵਾਰੇ ਵਾਰੇ ਜਾਂਦਾ ਹੈ। ਤੋ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਰੀ ਸ੍ਰਿਸ਼ਟੀ ਇੱਕ ਦੂਜੇ ਨੂੰ ਪਿਆਰ ਕਰਦੀ ਹੈ, ਪਰ ਅੱਲਾ ਨੂੰ ਪਿਆਰ ਨਹੀਂ ਕਰਦੇ। ਅੱਲਾ ਵਾਸਤੇ ਟਾਈਮ ਨਹੀਂ ਕੱਢਦੇ, ਬਾਕੀ ਸਾਰਿਆਂ ਲਈ। ਆ ਕਿਸੇ ਦਾ ਸੁਨੇਹਾ ਆਇਆ, ਕਹਿੰਦੇ ਜੀ 13 ਪੋਹ ਦਾ ਸਮਾਗਮ ਕੈਂਸਲ ਹੋ ਗਿਆ। ਕਿ ਮੈਂ ਕਿਹਾ ਜੀ ਕੀ ਹੋਇਆ? ਕਹਿੰਦੇ ਵਿਆਹ ਆ ਗਿਆ ਉੱਧਰ, ਤੇ ਸਾਰੇ ਜਾਣਿਆਂ ਵਿਆਹ ਜਾਣਾ ਵਾ, ਤੇ ਫਿਰ ਆਪਾਂ ਇੱਕ ਦਿਨ ਅੱਗੇ ਰੱਖ ਲਈਏ। ਤੂੰ ਕਹਿ ਬੇਨਤੀ ਕੀਤੀ ਵੀ ਰਹਿਣ ਦਿਓ, ਕੀ ਫਾਇਦਾ, ਕੀ ਮਨਾਉਣਾ ਤੁਸੀਂ ਸਾਹਿਬਜ਼ਾਦਿਆਂ ਦਾ ਦਿਨ? ਕਹਿੰਦੇ 1 ਤਰੀਕ ਗਾਂਹ ਕਰ ਲਈਏ, ਅੱਜ ਵਿਆਹ ਏ। ਕਮਾਲ ਹੈ ਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਤੁਸੀਂ ਛਾਤੀ ਤੇ ਚੜ੍ਹ ਕੇ ਨੱਚੋ, ਤੇ ਅਗਲੇ ਦਿਨ ਤੁਸੀਂ ਦਿਹਾੜਾ ਕੀ ਮਨਾਉਣਾ? ਕੀ ਫਾਇਦਾ ਉਸ ਦਿਹਾੜੇ ਮਨਾਏ ਦਾ? ਤੋ ਇਸ ਕਰਕੇ ਸਾਧ ਸੰਗਤ ਜੀ ਅੱਜ ਲੋੜ ਹੈ ਧਿਆਨ ਦੇਣ ਦੀ। ਅਸੀਂ ਦੁਨਿਆਵੀ ਮਿੱਤਰਾਂ ਵਾਸਤੇ ਦਿਨੇ ਰਾਤ ਆ ਵੀ ਗੁੱਸੇ ਨਾ ਹੋਵੇ, ਆ ਵੀ ਨਾ ਹੋਵੇ, ਤੇ ਮਹਾਰਾਜ ਨੂੰ ਟਰਾਲੀ ਤੇ ਲਿਖਿਆ ਹੁੰਦਾ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ, ਤੇ ਉਸ ਟਰਾਲੀ ਦੇ ਉੱਤੇ ਫਿਰ ਰੂੜੀ ਲੱਦ ਲੈਂਦੇ, ਤੇ ਉਹਦੇ ਉੱਤੇ ਲਿਖਿਆ ਰਹਿ ਜਾਂਦਾ। ਗੁਰੂ ਨੂੰ ਮਨਾਇਆ ਤਾਂ ਕਦੇ ਨਹੀਂ ਮਨਾਇਆ, ਤੇ ਫਿਰ ਅਸੀਂ ਆਪਣੇ ਮਾਮੇ ਮਾਸੀਆਂ ਚਾਚੇ ਤਾਇਆਂ ਨੂੰ, ਆਓ ਫਰੀਦ ਸਾਹਿਬ ਜੀ ਹੁਣ ਦੱਸਣਗੇ। ਹਾਂਜੀ, ਕਹਿੰਦੇ ਇਹਨਾਂ ਦੁਨੀਆ ਦੇ ਲੋਕਾਂ ਨੇ ਤੈਨੂੰ ਕੀ ਰੰਗ ਦੇਣਾ ਹੈ? ਇਸ ਤਰ੍ਹਾਂ ਕਰਕੇ ਜਿੱਦਾਂ ਅੰਗਾਰਾਂ ਦੇ ਉੱਤੇ ਛੜਦੀ ਹੈ ਕੋਈ ਚੀਜ਼, ਇਸ ਤਰ੍ਹਾਂ ਕਰਕੇ ਕਹਿੰਦੇ ਹਨ ਲੱਕੜਾਂ ਦੇ ਉੱਤੇ ਬੰਦੇ ਨੇ ਸੜ ਜਾਣਾ। ਤੇ ਜਿਨ੍ਹਾਂ ਨੂੰ ਅੱਜ ਤੂੰ ਖੁਸ਼ ਕਰਦਾ ਨਾ, ਜਿਨ੍ਹਾਂ ਨੂੰ ਤੂੰ ਕਹਿੰਦਾ ਮੇਰੇ ਗੁੱਸੇ ਹੋਣਗੇ, ਇਹਨਾਂ ਨੇ ਹੀ ਤੇਰਾ ਸੰਸਕਾਰ ਕਰਨਾ। ਤੇਰੇ ਤੇ ਲੱਕੜਾਂ ਮੂੰਹ ਤੇ ਪਾ ਕੇ, ਲੋਈ ਪਾ ਕੇ, ਚੰਗੀ ਤਰ੍ਹਾਂ ਥੱਲੇ ਨੱਪ ਕੇ ਕਹਿਣਾ ਵੀ ਹੋਰ ਕੱਖ ਲਾ ਦਿਓ, ਛੇਤੀ ਤਰ੍ਹਾਂ ਚੰਗੀ ਤਰ੍ਹਾਂ ਮੱਚ ਜੂਗਾ। ਤੋ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੰਗਾਰਾਂ ਰੂਪੀ ਜਿਸ ਤਰ੍ਹਾਂ ਅੱਗ ਕੋਲੇ ਪਈ ਚੀਜ਼ ਨੂੰ ਸਾੜ ਦਿੰਦੇ ਐ, ਇਹ ਦੁਨੀਆ ਤੈਨੂੰ ਦਿਉਂਦਿਆਂ ਵੀ ਸਾੜਦੀ ਹੈ ਤੇ ਮਰਨ ਤੋਂ ਬਾਅਦ ਵੀ। ਅੱਜ ਜਿੰਨਾ ਵੀ ਸ਼ਰੀਕਾ ਭਾਈਚਾਰਾ ਆਪਣਾ, ਕਦੇ ਸਕੂਨ ਦਿੱਤਾ ਕਿਸੇ ਨੇ ਤੁਹਾਨੂੰ? ਕੋਈ ਫੋਨ ਲਾ ਕੇ ਆਖਿਆ ਵੀ ਮੈਂ ਤੇਰੇ ਨਾਲ ਐ, ਦੱਸ ਕੀ ਚਾਹੀਦਾ? ਗੱਲ ਕੋਈ ਨਹੀਂ। ਫੋਨ ਲਾ ਕੇ ਇਹ ਕਹਿ ਦੇਣਗੇ ਵੀ ਆਹ ਪ੍ਰੋਬਲਮ ਪੈ ਗਈ, ਤੂੰ ਨਹੀਂ ਆਇਆ। ਸਾੜਨਗੇ, ਚਿੰਤਾ ਦੇਣਗੇ, ਪਰ ਤੈਨੂੰ ਸਕੂਨ ਨਹੀਂ ਕਿਸੇ ਨੇ ਦੇਣਾ। ਸਕੂਨ ਦੇਣਾ ਤੈਨੂੰ ਗੁਰੂ ਸਾਹਿਬ ਨੇ।
ਜਿਹਦੇ ਕੋਲ ਤੂੰ ਆਉਂਦਾ ਹੀ ਨਹੀਂ, ਜਿਹਦੇ ਬਾਰੇ ਤੂੰ ਸੋਚਦਾ ਹੀ ਨਹੀਂ। ਫਰੀਦਾ ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਬ ਹੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਕਹਿੰਦੇ ਉਹ ਕੁੱਤਿਆ ਮਣਾ, ਓਏ ਕੁੱਤਿਆ ਵਾਰਾ ਹੋਇਆ ਫਿਰਦਾ। ਇਹ ਵਾਰਾ ਕੁੱਤਾ ਜਿਹੜਾ ਉਹ 25-26 ਪਿੰਡ ਫੇਰ ਆਉਂਦਾ ਸਾਰਾ ਦਿਨ। ਇਸ ਮਨ ਨੂੰ ਫਰੀਦ ਸਾਹਿਬ ਜੀ ਨੇ ਆਖਿਆ ਕੁੱਤਾ। ਕਹਿੰਦੇ ਵਾਰਾ ਫਿਰਦਾ ਰਹਿੰਦਾ, ਕਦੇ ਕਿਧਰੇ ਸੋਚੀ ਜਾਂਦਾ, ਕਦੇ ਕਿਧਰੇ, ਕਦੇ ਗੁਰੂ ਸਾਹਿਬ ਬਾਰੇ ਸੋਚਿਆ ਕਰ, ਕਦੇ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਨਾ ਕਰ। ਕਹਿੰਦੇ ਵੇਖੋ ਮਨੁੱਖ ਦੀ ਫਿਤਰਤ ਹੈ, ਬੀਜ ਕੇ ਕਿੱਕਰਾਂ ਤੇ ਭਾਲਦਾ ਹੀ ਫਲ, ਦਾਖਾਂ ਭਾਲਦਾ ਹੀ। ਹੁਣ ਆਪਾਂ ਸਾਰਿਆਂ ਕਿੱਕਰਾਂ ਬੀਜੀਆਂ ਪਿਛਲੇ ਜਨਮ ਤੇ ਉਹ ਹੁਣ ਆਪਣੇ ਅੱਗੇ ਆ ਰਹੇ ਕੰਡੇ ਤੇ ਆਪਾਂ ਆਖੀਦਾ ਮਹਾਰਾਜ ਤੂੰ ਮੇਰੇ ਨਾਲ ਧੱਕਾ ਨਹੀਂ ਕਰਦਾ, ਮੇਰੇ ਨਾਲ ਤੇ ਰੱਬ ਵੀ ਧੱਕਾ ਕਰੀ ਜਾਂਦਾ, ਮੇਰੀ ਤਾਂ ਰੱਬ ਵੀ ਨਹੀਂ ਸੁਣਦਾ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਜਿਹੋ ਜਿਹਾ ਬੀਜਿਆ ਉਹੋ ਹੀ ਵੱਢਣਾ। ਹੁਣ ਤੁਸੀਂ ਬਾਣੀ ਪੜ੍ਹਦੇ ਆ, ਅੰਮ੍ਰਿਤ ਵੇਲੇ ਉੱਠਦੇ ਆ, ਸਾਈਂ ਦੀ ਯਾਦ ਵਿੱਚ ਜੁੜਦੇ ਆ, ਇਹ ਤੁਹਾਡਾ ਫਲ ਚੰਗਾ ਬੀਜਿਆ ਜਾ ਰਿਹਾ। ਪਰ ਜਿੰਨੇ ਬੀਜੀ ਕਿੱਕਰ ਉਹਨੂੰ ਕੰਡੇ ਚੁਭਣਗੇ, ਜਿੰਨੇ ਘਰ 'ਚ ਅਮਰੂਦ ਲਾਇਆ ਅਮਰੂਦ ਛਕੂਗਾ, ਕਿੰਨੂੰ ਛਕੂਗਾ। ਉਦਾਹਰਨ ਦਿੱਤੀ ਬਾਬੇ ਫਰੀਦ ਨੇ, ਜੈਸਾ ਬੀਜੇਗਾ ਵੱਡੇਗਾ ਮਣਾ ਮੇਰਿਆ, ਫਲ ਤੇਰੇ ਕਰਮਾਂ ਦਾ। ਇਹ ਜਿਹੋ ਜੀ ਖੇਤੀ ਲਾਓਗੇ ਵੱਢੋਗੇ। ਹਾਂਜੀ ਔਰ ਇਸ ਕਰਕੇ ਕਹਿੰਦੇ ਹਨ ਕਿ ਭਾਈ ਕਹਿਣ ਦੇ ਨਾਲ ਰੇਸ਼ਮ ਦੀਆਂ ਚਾਦਰਾਂ ਨਹੀਂ ਮਿਲਣੀਆਂ। ਸੋਹਣੇ ਲੀੜੇ ਕੱਪੜੇ ਜੋ ਅੱਜ ਪਾਉਂਦੇ, ਇਹਨਾਂ ਦੇ ਕਰਮ ਕੀਤੇ ਆ। ਕਈ ਵਾਰੀ ਬੰਦਾ ਸੋਚਦਾ ਨਾ ਵੀ ਇੱਕ ਬੰਦਾ 50,000 ਦਾ ਸੂਟ ਇੱਕੇ ਵਾਰੀ ਪਾਉਂਦਾ, ਇੱਕ ਬੰਦਾ 50 ਰੁਪਈਆਂ ਨੂੰ ਤਰਸ ਰਿਹਾ। ਇਸ ਕਰਕੇ ਇਹ ਉਹਨਾਂ ਦੇ ਬੀਜ ਬੀਜੇ ਆ, ਜਿਨ੍ਹਾਂ ਨੇ ਪਹਿਲੇ ਕਰਮ ਕੀਤੇ ਉਹਨਾਂ ਨੂੰ ਰਾਜ ਮਿਲਿਆ। ਹੁਣ ਉਹ ਐਸ਼ ਪ੍ਰਸਤੀ ਕਰਦੇ ਆ, ਵੰਨ ਸਵੰਨਾ ਖਾਂਦੇ ਆ, ਪਾਉਂਦੇ ਹੰਡਾਉਂਦੇ ਆ। ਇੱਕ ਉਹਨਾਂ ਦਾ ਜੂਠਾ ਖਾਂਦੇ ਆ। ਆਖੋ ਸਤਿਨਾਮ ਵਾਹਿਗੁਰੂ। ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਖੇਡ ਹੈ ਵੀ ਕਈ ਆਪਣੀ ਪਲੇਟ ਦੇ ਵਿੱਚ ਇੱਕ ਚਮਚਾ ਲਾ ਕੇ ਕਹਿ ਦਿੰਦੇ ਨੋ ਮੈਂ ਨਹੀਂ ਖਾਣਾ, ਇਹ ਸਹੀ ਨਹੀਂ ਹੈ। ਤੇ ਉਹ ਜਿਹੜਾ ਉਹਦਾ ਇੱਕ ਚਮਚਾ ਉਹ ਫਿਰ ਜੂਠ ਜਿਹੜੀ ਉਹ ਇੱਕ ਭਾਂਡੇ 'ਚ ਪਾਉਂਦੇ, ਤੇ ਉਹ ਇੱਕ ਗਰੀਬ ਆ ਕੇ ਕਹਿੰਦਾ ਹਾਂ ਮੈਨੂੰ ਦੇ ਦਿਓ। ਕਈ ਵਾਰੀ ਮੈਂ ਵੇਖਿਆ, ਇੱਕ ਵਾਰੀ ਹਸਪਤਾਲ ਸੀ ਜਲੰਧਰ, ਤੇ ਸਵੇਰੇ ਸਵੇਰੇ ਕੌਫੀ ਚਾਹ ਲੈਣ ਨਿਕਲੇ ਤੇ ਕੂੜੇ ਦੀ ਢੇਰੀ ਦੇ ਵਿੱਚ ਨਾ ਖਰਬੂਜਾ ਪਿਆ, ਤੇ ਉੱਥੇ 4-5 ਛੋਟੇ ਛੋਟੇ ਬੱਚੇ, ਤੇ ਉਹ ਇੱਕ ਬੱਚੇ ਨੇ ਉਸ ਕੂੜੇ ਦੇ ਵਿੱਚੋਂ ਖਰਬੂਜਾ ਚੁੱਕਿਆ ਤੇ ਉਸ ਖਰਬੂਜੇ ਨੂੰ ਕਰਕੇ ਨਾ ਸਾਫ਼ ਉੱਤੋਂ ਤੇ ਵਿੱਚ ਉਂਗਲਾਂ ਪਾ ਕੇ ਤੇ ਉੱਥੇ ਹੀ ਖਾਣਾ ਸ਼ੁਰੂ ਕਰਤਾ। ਮੈਂ ਕਿਹਾ ਵਾਹ ਰੱਬਾ ਤੇਰੇ ਰੰਗ। ਇੱਕ ਨਿਹਾਲੀ ਪੈ ਸਾਹਮਣੇ, ਇੱਕ ਉੱਪਰ ਰਹਿਣ ਖੜੇ। ਮਹਾਰਾਜ ਕਹਿੰਦੇ ਇਕਣੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ। ਵੀ ਇੱਕ ਸੁੱਟ ਕੇ ਗਿਆ, ਮਾੜਾ ਜਿਹਾ ਦਾਗ ਸੀ, ਤੇ ਇੱਕ ਕੂੜੇ ਚੋਂ ਚੁੱਕ ਕੇ ਉੱਥੇ ਹੀ ਖਾਣ ਲੱਗ ਪਿਆ। ਤੋ ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਭਾਈ ਜਿਹੋ ਜਿਹੇ ਬੀਜ ਬੀਜੇ ਉਹ ਖਾਣੇ ਪੈਣੇ ਆ। ਜੇ ਆਪਾਂ ਪਹਿਲੇ ਚੰਗੇ ਕੀਤੇ ਤੇ ਅੱਜ ਰਾਜ ਮਿਲਿਆ, ਸੋਹਣੀਆਂ ਗੱਡੀਆਂ ਕੋਠੀਆਂ, ਸੋਹਣੇ ਜੀ ਮਿਲੇ ਆ। ਜਿਨ੍ਹਾਂ ਨੇ ਪਹਿਲਾਂ ਮਾੜੇ ਕਰਮ ਕੀਤੇ ਉਹਨਾਂ ਸੜਕਾਂ ਤੇ ਬੈਠੇ ਆ, ਉਹਨਾਂ ਨੂੰ ਨਾ ਚੰਗਾ ਸੌਣਾ, ਨਾ ਖਾਣਾ, ਨਾ ਪਾਉਣਾ। ਇਸ ਕਰਕੇ ਕਰਮਾਂ ਦੀ ਫਸਲ ਹੈ। ਹਾਂਜੀ ਧੰਨ ਬਾਬਾ ਫਰੀਦ ਸਾਹਿਬ ਜੀ ਦੇ ਇਸ ਸ਼ਲੋਕ ਦੀ ਬਹੁਤ ਵੱਡੀ ਦੂਰਦਰਸ਼ੀ ਹੈ। ਫਰੀਦ ਸਾਹਿਬ ਜੀ ਨੇ ਉਦਾਹਰਨ ਲਈ ਹੈ ਚਿੱਕੜ ਦੀ। ਮੀਂਹ ਪੈ ਰਿਹਾ, ਬਾਬਾ ਫਰੀਦ ਸਾਹਿਬ ਕਹਿੰਦੇ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ। ਕਹਿੰਦੇ ਵੀ ਗਲੀ ਦੇ ਵਿੱਚ ਚਿੱਕੜ ਆ ਤੇ ਜਾਣਾ ਵਾ ਗੁਰੂ ਘਰ, ਉੱਥੇ ਮੇਰਾ ਪਿਆਰਾ ਵਾ। ਪਹਿਲਾਂ ਮੈਂ ਬਾਹਰੀ ਅਰਥ ਕਰਦਾ ਦੁਨਿਆਵੀ। ਤੇ ਕਹਿੰਦੇ ਫਿਰ ਕੀ ਹੁੰਦਾ ਹੈ, ਚੱਲਾਂ ਤਾਂ ਭੇਜੈ ਕੰਬਲੀ। ਕਹਿੰਦੇ ਜੇ ਮੈਂ ਚੱਲਦਾ ਏ ਤੇ ਮੇਰੀ ਕੰਬਲੀ ਭਿੱਜਦੀ ਹੈ। ਕੰਬਲੀ ਭਾਵ ਵੀ ਸਰੀਰ, ਕੱਪੜੇ ਗਿੱਲੇ ਹੁੰਦੇ ਆ। ਤੇ ਜੇ ਮੈਂ ਰਹਿਣਾ ਹੈ ਤੇ ਮੇਰਾ ਨੇਮ ਟੁੱਟਦਾ। ਆਖੋ ਸਤਿਨਾਮ। ਹੁਣ ਕਈ ਵਾਰੀ ਆਪਾਂ ਕਹਿੰਦੇ ਨਾ ਅੱਜ ਮੀਂਹ ਪੈਂਦਾ, ਅੱਜ ਰਹਿਣ ਦਿਓ, ਮੱਥਾ ਟੇਕਣ ਜਾਣੋ।
ਵੀ ਅੱਜ ਰਹਿਣ ਦੀ, ਅੱਜ ਧੁੰਦ ਬੜੀ ਪਈ, ਅੱਜ ਤੇ ਦੀਦਾ ਹੀ ਕੁਝ ਨਹੀਂ, ਨਾਗਾ ਪਾ ਦੀਏ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਸਲੋਕ ਬੜੀ ਬਖਸ਼ਿਸ਼ ਨਾਲ, ਇਸ ਸਲੋਕ ਨਾਲ ਇੱਕ ਸਾਖੀ ਵੀ ਲੱਗਦੀ ਹੈ ਜੋ ਕਈ ਮਹਾਂਪੁਰਖ ਸੁਣਾਉਂਦੇ ਆ ਕਿ ਬਾਬਾ ਫਰੀਦ ਜੀ ਨਾ ਆਪਣੇ ਉਸਤਾਦ ਦਾ ਇਸ਼ਨਾਨ ਕਰਾਉਂਦੇ ਹੁੰਦੇ ਸੀ ਠੰਡ ਵਿੱਚ ਗਰਮ ਪਾਣੀ ਕਰਕੇ, ਕਿਉਂਕਿ ਭਾਵਨਾ ਹੁੰਦੀ ਹੈ ਨਾ। ਤੋ ਕਹਿੰਦੇ ਉਹ ਪੁਰਾਣਾ ਸਮਾਂ ਸੀ ਤੇ ਉਦੋਂ ਲੋਕੀ ਡੱਬੀ ਬਹੁਤ ਘੱਟ ਅੱਗ ਚੁੱਲ੍ਹੇ 'ਚ ਦੱਬ ਕੇ ਰੱਖਦੇ ਸੀ। ਮੈਂ ਆਪਣੀ ਉਮਰ ਦੇ ਵਿੱਚ ਵੇਖਿਆ ਦਾਦੀ ਤੋਂ, ਲੋਹ ਦੇ ਵਿੱਚ ਅੱਗ ਦੱਬ ਦੇਣੀ, ਕਹਿਣਾ ਸਵੇਰੇ ਇੱਥੋਂ ਬਾਲ ਲਾਂਗੇ। ਇੰਨੇ ਸਿਆਣੇ ਸੀ ਲੋਕ ਵੀ ਇੱਕ ਡੱਬੀ ਦੀ ਤੀਲ ਬਚਾਉਂਦੇ ਸੀ। ਤੇ ਹੁਣ ਡੱਬੀ ਦੀ ਤੀਲ ਕੀ ਪੂਰਾ ਦੇਸ਼ ਹੀ ਸਾੜ ਕੇ ਰੱਖਤਾ। ਕੋ ਸਤਨਾਮ। ਉਦੋਂ ਬਿਮਾਰੀਆਂ ਘੱਟ ਕਿਉਂ ਸੀ? ਕਿੰਨਾ ਖਿਆਲ ਸੀ ਮਹਿੰਗਾਈ ਦਾ। ਕੱਪੜਾ ਵਾਰ-ਵਾਰ ਸੀ ਕੇ ਪਾ ਲੈਣਾ। ਪੁਰਾਣੇ ਸਮੇਂ 'ਚ ਨਾ ਕੱਪੜਾ ਜ਼ਿਆਦਾ ਘਸ ਜਾਣਾ ਨਾ, ਤੇ ਜਿੰਨਾ ਕੁ ਜ਼ਿਆਦਾ ਘਸਿਆ ਉਹਦੀ ਥਾਂ ਤੇ ਹੋਰ ਕੱਪੜਾ ਵਿੱਚ ਫਿੱਟ ਕਰ ਲੈਣਾ, ਜਿਹਨੂੰ ਆਪਾਂ ਕਹਿੰਦੇ ਟਾਕੀਆਂ ਲਾਉਣੀਆਂ। ਇੱਦਾਂ ਦਾ ਰਿਵਾਜ ਹੁੰਦਾ ਸੀ ਵੀ ਜੇ ਕੱਪੜਾ ਇੱਕ ਥਾਂ ਫਿਸਿਆ ਉਹਦੇ ਉੱਤੇ ਟਾਕੀ ਲਾ ਦੇਣੀ। ਜੇ ਅੱਗ ਤੇ ਉਹ ਰਾਤ ਨੂੰ ਚੁੱਲ੍ਹੇ 'ਚ ਦਬਾ ਦੇਣੀ ਵੀ ਸਵੇਰੇ ਇੱਥੋਂ ਕੱਢ ਲਾਂਗੇ। ਐਵੇਂ ਨਹੀਂ ਸੀ ਸੁਖੀ ਉਹ। ਅੱਜ ਮਾੜਾ ਜਿਹਾ ਕੱਪੜਾ ਉਧੜਿਆ, ਬੰਦਾ ਚੁੱਕ ਕੇ ਮਾਰਦਾ, ਕਹਿੰਦਾ ਮੈਂ ਥੋੜ੍ਹਾ ਪਾਉਣਾ, ਇਹਦਾ ਪਾਟ ਗਿਆ। ਭਾਵੇਂ 2 ਵਾਰ ਪਾਇਆ ਹੋਵੇ, ਸੀਨ ਉਧੜੀ, ਬੰਦਾ ਦੁਬਾਰਾ ਨਹੀਂ ਪਾਉਂਦਾ। ਤੋ ਇਸ ਕਰਕੇ ਸਾਧ ਸੰਗਤ ਜੀ ਆਪਾਂ ਖਰਚੇ ਆਪ ਹੀ ਜ਼ਿਆਦਾ ਵਧਾ ਲਏ ਆ। ਮਹਿੰਗਾਈ ਨਹੀਂ ਹੋਈ, ਆਪਾਂ ਹੀ ਮਹਿੰਗੇ ਹੋ ਗਏ। ਆਖੋ ਸਤਨਾਮ। ਕਿਉਂਕਿ ਪਹਿਲੇ ਬਜ਼ੁਰਗ ਜ਼ਿਆਦਾ ਤੁਰਦੇ ਸੀ, ਹੱਦ ਕਿਤੇ ਸਾਈਕਲ ਤੇ ਜਾਂਦੇ ਸੀ। ਹੁਣ ਤੇ ਗੱਡੀ ਆਮ ਹੀ ਹੋ ਗਈ ਵੀ ਜੇ ਮੰਨ ਲਓ 1 ਕਿਲੋਮੀਟਰ ਵੀ ਜਾਣਾ ਤਾਂ ਗੱਡੀ ਤੇ। ਤੋ ਇਸ ਕਰਕੇ ਕੁਝ ਸਮਾਂ ਚੇਂਜ ਕੀਤਾ ਆਪਾਂ, ਲੋਕ ਚੇਂਜ ਹੋ ਗਏ। ਧਰਤੀ ਤੇ ਉਹੀ ਹੈ, ਸੂਰਜ ਵੀ ਉਹ, ਚੰਦਰਮਾ ਵੀ ਉਹ, ਦਰਿਆ ਵੀ ਉਹ ਹੈ, ਪਰ ਬਦਲਿਆ ਕੌਣ ਹੈ? ਆਪਾਂ ਸ਼ੌਂਕ ਬਦਲ ਲਏ ਆਪਣੇ, ਆਪਣੀ ਚਾਹਤ ਬਦਲ ਲਈ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਜਦੋਂ ਅੱਗ ਕੱਢੀ ਨਾ, ਇਹ ਅੱਗ ਬੁਝ ਗਈ, ਕੋਲੇ ਖਤਮ ਹੋ ਚੁੱਕੇ ਹੈ। ਸਾਖੀਕਾਰ ਲਿਖਦਾ ਹੈ ਕਿ ਬਾਬਾ ਫਰੀਦ ਸਾਹਿਬ ਜੀ ਨੇ ਆਪਣੇ ਉਸਤਾਦ ਨੂੰ ਇਸ਼ਨਾਨ ਕਰਾਉਣਾ ਹੈ, ਅੱਗ ਲੈਣ ਵਾਸਤੇ ਨਿਕਲ ਤੁਰੇ ਹੁਜਰੇ 'ਚੋਂ, ਤੇ ਮੀਂਹ ਬੜਾ ਤੇਜ਼ ਹੈ, ਹਨੇਰੀ ਵਗਦੀ ਹੈ, ਠੱਕਾ। ਦੂਰ ਇੱਕ ਕੁਟੀਆ ਦੇ ਵਿੱਚ ਦੀਵਾ ਜਗਦਾ ਦਿਸਿਆ। ਉਸ ਦੀਵੇ ਦੀ ਸੇਧ ਨੂੰ ਬਾਬਾ ਫਰੀਦ ਸਾਹਿਬ ਜੀ ਤੁਰੇ ਗਏ, ਤੇ ਜਾਂਦੇ ਜਾਂਦੇ ਜਦੋਂ ਉੱਥੇ ਪਹੁੰਚੇ ਤੇ ਕੀ ਵੇਖਿਆ? ਉਹ ਇੱਕ ਵੇਸਵਾ ਦਾ ਘਰ ਸੀ, ਕੋਠੇ ਵਾਲੀ ਬੀਬੀ ਦਾ। ਤੇ ਬਾਬਾ ਫਰੀਦ ਸਾਹਿਬ ਨੇ ਦਰਵਾਜ਼ਾ ਖੜਖੜਾਇਆ ਤੇ ਅੰਦਰੋਂ ਉਸ ਔਰਤ ਨੇ ਕੁੰਡੀ ਖੋਲੀ। ਕੁੰਡੀ ਖੋਲ ਕੇ ਉਹਨੇ ਵੇਖਿਆ ਵੀ ਮੇਰੇ ਕੰਮ ਦਾ ਤਾਂ ਨਹੀਂ ਇਹ ਬੰਦਾ। ਆਖੋ ਸਤਨਾਮ। ਕਿਉਂਕਿ ਬਾਬੇ ਫਰੀਦ ਸਾਹਿਬ ਦੇ ਹੱਥ 'ਚ ਤਸਬੀਹ, ਪੈਰਾਂ ਦੇ ਵਿੱਚ ਪਊਏ, ਮੋਢੇ ਦੇ ਉੱਤੇ ਮਸੱਲਾ। ਧਰਮੀ ਬੰਦੇ ਦਾ ਪਤਾ ਲੱਗ ਜਾਂਦਾ ਨਾ, ਗਲ 'ਚ ਝੂਰੀਆ, ਕਿਰਪਾਨ, ਪੱਗ। ਤੋ ਵੈਸੇ ਤਾਂ ਇਸ ਚੀਜ਼ ਨੂੰ ਮੈਂ ਨਾ ਕਵਾਂ। ਹੁਣ ਆਖੋ ਸਤਨਾਮ। ਹੁਣ ਤਾਂ ਭੇਖ ਹੀ ਹੈ, ਕੋਈ ਪਤਾ ਨਹੀਂ ਕਿੰਨੇ ਕੀ ਕਰ ਦੇਣਾ। ਤੋ ਉਸ ਵੇਲੇ ਮੰਨਤ ਹੁੰਦੀ ਸੀ ਵੀ ਜਿਹਨੇ ਇੱਕ ਵਾਰੀ ਧਰਮ ਦਾ ਪਹਿਰਾਵਾ ਪਾ ਲਿਆ ਉਹਨੂੰ ਲੋਕੀ ਰੱਬ ਮੰਨਦੇ ਸੀ ਵੀ ਇਹ ਰੱਬ ਰੂਪ ਹੀ ਹੈ। ਹੁਣ ਥੋੜ੍ਹੇ ਜਿਹੇ ਕਾਰਨ ਇੱਦਾਂ ਦੇ ਕਰਤੇ ਕਈਆਂ ਨੇ ਤੇ ਉਹ ਯਕੀਨ ਜਿਹਾ ਉੱਠ ਗਿਆ। ਤੋ ਇਸ ਵੇਲੇ ਬਾਬਾ ਫਰੀਦ ਸਾਹਿਬ ਦਾ ਮਸੱਲਾ ਦੇਖਿਆ, ਤਸਬੀਹ ਦੇਖੀ, ਪੈਰਾਂ ਦੇ ਵਿੱਚ ਪਊਏ ਦੇਖੇ, ਤੇ ਵੇਸਵਾ ਸੋਚਦੀ ਹੈ ਵੀ ਇਹ ਮੇਰੇ ਕੰਮ ਦਾ ਤਾਂ ਹੈ ਨਹੀਂ। ਇੱਕ ਮੀਂਹ ਪੈਣ ਦਿਆ, ਹਵਾ ਵਗਣ ਦੀ, ਮੌਸਮ ਖਰਾਬ ਹੈ। ਤੇ ਉਹਨੇ ਸੋਚਿਆ ਵੀ ਸ਼ਾਇਦ ਕੀਤਾ ਸੁਭਾਅ ਬਣ ਗਿਆ ਹੋਵੇ ਇਹਦਾ, ਕੋਠੇ ਤੇ ਹੋਰ ਕਿਸੇ ਨੇ ਉਹੀ ਕੰਮ ਕਰਨ ਜਾਣਾ, ਹੋਰ ਉੱਥੇ ਕੀ ਕਰਨਾ। ਹੁਣ ਸੁਨਿਆਰੇ ਕੋ ਸੋਨੇ ਵਾਲੇ ਨੇ ਜਾਣਾ, ਡਾਕਟਰ ਕੋ ਦਵਾਈ ਵਾਲੇ ਨੇ ਜਾਣਾ, ਦਰਜੀ ਕੋ ਕੱਪੜੇ ਵਾਲੇ ਨੇ ਜਾਣਾ, ਹਲਵਾਈ ਕੋ ਮਠਿਆਈ ਵਾਲੇ ਨੇ। ਹੁਣ ਜਿਹੜਾ ਕੋਠੇ ਤੇ ਜਾਊ ਉਹ ਤਾਂ ਕੋ ਕਰਮ ਹੀ ਕਰਨ ਜਾਊ। ਬਾਬੇ ਫਰੀਦ ਸਾਹਿਬ ਨੇ ਜਦੋਂ ਬੂਹਾ ਖੋਲਿਆ, ਵੇਸਵਾ ਨੇ ਕਹਿੰਦੀ ਫਕੀਰ ਜੀ ਕਿੱਧਰ ਆਉਣੇ ਹੋਏ? ਕਹਿਣ ਲੱਗਾ ਮੈਂ ਆਪਣੇ ਸਾਈਂ ਦਾ ਇਸ਼ਨਾਨ ਕਰਾਉਣਾ ਹੈ ਤੇ ਮੈਂ ਬੇਨਤੀ ਕਰਦਾ ਮੈਨੂੰ ਥੋੜ੍ਹੀ ਜਿਹੀ ਅੱਗ ਦੇ ਦੇ, ਥੋੜ੍ਹੀ ਜਿਹੀ ਅਗਨੀ ਚਾਹੀਦੀ ਹੈ। ਤੇ ਉਸ ਵੇਲੇ ਵੇਸਵਾ ਨੇ ਪਰਖ ਲਈ। ਪਿਆਰਿਆਂ ਦੀ ਪਰਖ ਵੀ ਪੈਂਦੀ ਆ। ਗੁਰਪੀਰਾਂ ਕੀ ਚਾਕਰੀ ਮਾਂ ਕਰੜੀ ਸੁਖ ਸਾਰ। ਵੇਸਵਾ ਕਹਿਣ ਲੱਗੀ ਇੱਕ ਸ਼ਰਤ ਹੈ, 2 ਘੰਟੇ ਮੇਰੇ ਨਾਲ ਗੁਜ਼ਾਰੇਗਾ? ਕਿਉਂਕਿ ਬਾਬਾ ਫਰੀਦ ਸਾਹਿਬ ਸੁਨੱਖੇ ਬਹੁਤ ਸੀ,
ਵੈਸੇ ਵੀ ਜਿਹੜਾ ਬੰਦਾ ਬੰਦਗੀ ਕਰਦਾ ਨਾ ਸਾਧ ਸੰਗਤ ਜੀ, ਉਹਨੂੰ ਰੱਬ ਨੂਰ ਬਹੁਤ ਬਖਸ਼ਦਾ, ਉਹਦੇ ਤੇ ਹੁਨਰ ਬਹੁਤ ਆਉਂਦਾ, ਉਹਦੇ ਗਲੇ 'ਚ ਰੁਸ਼ਨਾਈ ਆਉਂਦੀ, ਵੇਰ ਕੇ ਇਹ ਚੀਜ਼ ਉਹਦੇ ਚਿਹਰੇ ਤੇ ਕਾਬਜ ਹੋਊਗੀ, ਮੋਹੂਗਾ ਉਹ। ਤੋ ਬਾਬਾ ਫਰੀਦ ਸਾਹਿਬ ਦੀ ਇਬਾਦਤ ਬਹੁਤ ਜ਼ਿਆਦਾ, ਸੁਨੱਖੇ ਬੜੇ ਸੀ, ਜਵਾਨ, ਤੇ ਉਹ ਵੇਸਵਾ ਦਾ ਦਿਲ ਆ ਗਿਆ। ਕਹਿਣ ਲੱਗੀ ਅੱਗ ਇੱਕ ਤੇ ਕੀ, ਪੂਰਾ ਚੁੱਲ੍ਹਾ ਹੀ ਦੇ ਦੂੰਗੀ। ਹੁਣ ਧਿਆਨ ਦਿਓ, ਕਥਾ ਬੜੀ ਮਿੱਠੀ ਹੈ। ਅੱਜ ਆਪਾਂ ਕਿੱਥੇ ਖੜੋਤੇ ਤੇ ਉਹ ਸਮਾਂ ਕਿੱਥੇ ਸੀ। ਕਹਿਣ ਲੱਗੀ ਵੀ ਇੱਕ ਗੱਲ ਬਚਨ ਹੈ ਵੀ ਅੱਗ ਪੂਰੀ ਲੈ ਜੀ ਭਾਵੇਂ, ਪਰ ਮੇਰੇ ਕੋਲ ਸਮਾਂ ਗੁਜ਼ਾਰ। ਅੱਜ ਭਾਵੇਂ ਇਹ ਕਥਾ ਕੋਈ ਖੋਲ ਕੇ ਨਾ ਸੁਣਾਵੇ, ਹੈ ਸਾਰੇ ਬੇਈਮਾਨ, ਆਖੋ ਸਤਨਾਮ। ਇੱਥੇ ਬੁੱਢੇ ਵੀ ਕਿਤੇ ਪੈਲਸ 'ਚ ਬੈਠੇ ਹੋਣ ਤੇ ਉੱਥੇ ਅੱਗੇ ਨੱਚਦੀਆਂ ਹੁੰਦੀਆਂ ਨਾ ਲੜਕੀਆਂ, ਤੇ ਉਹ ਵੀ ਉੱਥੇ ਕਹਿਣਗੇ ਹੋਰ ਤਰ੍ਹਾਂ ਕਰਕੇ ਨੱਚੋ, ਪੈਸੇ ਸੁੱਟਣਗੇ, ਕਿਉਂਕਿ ਅੰਦਰ ਵਕਾਰ ਜਨਮ ਲੈ ਹੀ ਲੈਂਦਾ, ਭਾਵੇਂ ਕੋਈ ਬੋਲੇ ਨਾ ਬੋਲੇ। ਉਹ ਵੱਖਰੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਖੋਲ ਕੇ ਦੱਸਦੇ, ਆਪਾਂ ਚੁੱਪ ਕੀਤੇ ਰਹਿੰਦੇ। ਹੁਣ ਬਾਹਰਲੇ ਲੋਕ ਵੀ ਇੱਦਾਂ ਹੀ, ਉਹ ਜੋ ਮੂੰਹ ਤੇ ਕਹਿ ਦਿੰਦੇ ਆ, ਆਪਾਂ ਅੰਦਰ ਹੀ ਅੰਦਰ ਨੱਪ ਛੱਡੀ ਦਾ, ਬਾਹਰੋਂ ਧਰਮੀ ਜੇ ਬਣੇ ਰਹੀਦਾ, ਪਰ ਅੰਦਰ ਅੱਗ ਬਲਣ ਹੀ ਆ। ਤੋ ਉਸ ਵੇਸਵਾ ਨੇ ਕਿਹਾ, ਕਹਿੰਦੀ ਫਰੀਦ ਜੀ ਮੇਰੇ ਕੋਲ ਸਮਾਂ ਗੁਜ਼ਾਰੋ, ਅੱਗ ਮੈਂ ਦੇ ਦੂੰਗੀ, ਹੋਰ ਵੀ ਆਖੇਗਾ ਉਹ ਵੀ ਦੇ ਦੂੰਗੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਹੀਂ ਬੇਟਾ, ਇਹ ਨਹੀਂ ਹੋ ਸਕਦਾ, ਮੈਂ ਕੁਕਰਮ ਨਹੀਂ ਕਰ ਸਕਦਾ, ਪਰ ਮੈਨੂੰ ਖਾਲੀ ਨਾ ਮੋੜ, ਮੈਨੂੰ ਅੱਗ ਦੇ ਦੇ। ਅੱਜ ਮੇਰਾ ਨੇਮ ਟੁੱਟ ਜਾਣਾ, ਮੈਂ ਰੋਜ਼ ਇਸ਼ਨਾਨ ਕਰਾਉਣਾ ਆਪਣੇ ਮੁਰਸ਼ਿਦ ਦਾ, ਇਹ ਨਾ ਹੋਵੇ ਅੱਜ ਉਹਦਾ ਇਸ਼ਨਾਨ ਰਹਿ ਜੇ, ਮੈਨੂੰ ਅੱਗ ਦੇ ਦੇ। ਗੁੱਸਾ ਆਇਆ ਵੇਸਵਾ ਨੂੰ ਵੀ ਮੈਂ ਏਡੀ ਸੋਹਣੀ ਸੁਨੱਖੀ, ਮੈਨੂੰ ਲੋਕੀ ਆ ਕੇ ਆਪ ਕਹਿੰਦੇ ਐ ਪੈਸੇ ਦਿੰਦੇ ਪੰਡਾਂ ਨਾਲ, ਮੈਂ ਤਾਂ ਨਹੀਂ ਕਿਸੇ ਨੂੰ ਲਾਗੇ ਆਉਣ ਦਿੰਦੀ। ਇਹ ਕਿੱਦਾਂ ਦਾ ਫਕੀਰ ਹੈ ਜਿਹਨੂੰ ਮੈਂ ਮੂੰਹੋਂ ਕਹਿ ਰਹੀ ਹਾਂ ਤੇ ਮੈਨੂੰ ਜਵਾਬ ਦੇ ਕੇ ਉਹਦੀ ਗੱਲ ਕਰੀ ਜਾਂਦਾ, ਇਹਨੂੰ ਜ਼ਿਆਦਾ ਪਿਆਰ। ਕਹਿਣ ਲੱਗੀ ਕਿੰਨਾ ਕੁ ਪਿਆਰ ਕਰਦਾ ਆਪਣੇ ਮੁਰਸ਼ਿਦ ਨੂੰ, ਤੈਨੂੰ ਮੇਰੇ ਨਾਲ ਪਿਆਰ ਕਰਨ ਨੂੰ ਜੀ ਨਹੀਂ ਕਰਦਾ। ਬਾਬਾ ਫਰੀਦ ਸਾਹਿਬ ਕਹਿੰਦੇ ਠੀਕ ਹੈ, ਮੈਂ ਕਦਰ ਕਰਦਾ ਤੇਰੇ ਰੂਪ ਦੀ, ਪਰ ਮੇਰੇ ਮੁਰਸ਼ਿਦ ਦਾ ਹੁਕਮ ਨਹੀਂ ਹੈ। ਹੁਣ ਇੱਥੇ ਸ਼ਲੋਕ ਹੈ, ਗਲੀਏ ਚਿੱਕੜ ਦੂਰ ਕਰ। ਚਿੱਕੜ ਕੀ ਹੈ? ਵਿਕਾਰ, ਪੁੱਠੇ ਸਿੱਧੇ ਕੰਮ ਜਿਹੜੇ, ਇਹ ਚਿੱਕੜ ਹੈ। ਇਹਦੇ ਵਿੱਚ ਹਰ ਬੰਦਾ ਹੀ ਡਿੱਗ ਪੈਂਦਾ, ਦਾਸ ਵੀ ਵਿੱਚੇ ਹੈ। ਇਹ ਚਿੱਕੜ ਹੀ ਏਦਾਂ ਦਾ ਵੀ ਬੜੇ ਬੜੇ ਗਿਆਨੀ, ਧਿਆਨੀ, ਸੂਰਬੀਰ, ਯੋਧੇ, ਮਹਾਂਬਲੀ, ਜਿਨ੍ਹਾਂ ਦੇ ਉੱਤੇ ਖੁਦਾ ਦਾ ਇੰਨਾ ਕੁ ਤਰਸ ਸੀ, ਇਹ ਚੀਜ਼ ਨੂੰ ਉਹ ਵੀ ਡਿੱਗ ਪਏ। ਇਹ ਚਿੱਕੜ ਚੋਂ ਕੋਈ ਮਾਈ ਦਾ ਲਾਲ ਵਿਰਲਾ ਹੀ ਲੰਘਦਾ, ਨਹੀਂ ਤੇ ਸਭ ਨੂੰ ਡੇਗ ਲੈਂਦਾ ਏ। ਬਾਰੇ ਬੂਢੇ ਤਰਨਾ ਪਈਆ, ਇਹ ਅਵਸਥਾ ਹੀ ਏਦਾਂ ਦੀ ਹੈ। ਰਹੋ ਵਿਚਾਰ। ਤੋ ਬਾਬਾ ਫਰੀਦ ਸਾਹਿਬ ਇਹ ਸਾਖੀ ਜਿਹਨੇ ਵੀ ਪੇਸ਼ ਕੀਤੀ ਹੈ ਨਾ, ਬੜੀ ਪਿਆਰ ਦੇ ਨਾਲ, ਕਹਾਣੀ ਵੀ ਹੁੰਦੀ, ਸਾਖੀ ਵੀ ਹੁੰਦੀ, ਆਪਾਂ ਵਿੱਚੋਂ ਰਿਜ਼ਲਟ ਲੱਭਣਾ। ਆਪਾਂ ਇਹ ਨਹੀਂ ਪੁੱਛਣਾ ਵੀ ਉਹ ਕਿਹੜੀ ਜਗ੍ਹਾ ਸੀ, ਕਿੱਥੇ ਏਦਾਂ ਹੋਇਆ, ਕੀ ਹੋਇਆ, ਹੈ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੂੰ ਉਸ ਔਰਤ ਨੇ ਆਖਿਆ, ਕਹਿਣ ਲੱਗੀ ਮੇਰੀ ਦੁਨੀਆ ਲੈਣ ਲਾ ਕੇ ਉਡੀਕ ਕਰਦੀ ਹੈ, ਅੱਜ ਤੂੰ ਮੇਰਾ ਦਿਲ ਤੋੜਿਆ। ਮੈਂ ਤੈਨੂੰ ਆਪਣੇ ਮੂੰਹੋਂ ਕਿਹਾ ਵੀ ਕੋਈ ਪੈਸਾ ਨਹੀਂ ਤੇ ਤੂੰ, ਉਲਟਾ ਤੈਨੂੰ ਦਊਂਗੀ, ਤੂੰ ਮੈਨੂੰ ਪਸੰਦ ਲੱਗਾ ਹੈ ਤੇ ਮੇਰੇ ਕੋਲ ਸਮਾਂ ਗੁਜ਼ਾਰ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹੁਣ ਮੈਂ ਇੱਕ ਨੂੰ ਪਿਆਰ ਕੀਤਾ ਤੇ ਇੱਕ ਨੂੰ ਹੀ ਕਰਨਾ, ਉਹ ਮੇਰਾ ਮੁਰਸ਼ਿਦ ਹੈ, ਤੇ ਮੈਂ ਦੋ ਥਾਵਾਂ ਤੇ ਨਹੀਂ ਚੀਜ਼ ਨੂੰ ਵੰਡ ਸਕਦਾ। ਤੇ ਉਹਨੂੰ ਗੁੱਸਾ ਆਇਆ, ਕਹਿਣ ਲੱਗੀ ਕਿੰਨਾ ਕੁ ਪਿਆਰ ਕਰਦਾ ਉਹਨੂੰ? ਕਹਿੰਦੇ ਜਾਨ ਤੋਂ ਵੀ ਪਿਆਰਾ, ਮੇਰੇ ਜਰੇ ਜਰੇ ਦੇ ਵਿੱਚ ਮੇਰਾ ਖੁਦਾ ਵਸਿਆ ਏ। ਤੇ ਫਿਰ ਉੱਥੇ ਪਰਖ ਪੈ ਗਈ। ਉਸ ਬੇਸਵਾ ਨੇ ਆਖਿਆ ਜੀ ਇੰਨਾ ਹੀ ਪਿਆਰ ਕਰਦਾ ਤੇ ਅੱਗ ਤਾਂ ਦਊਂਗੀ, ਮੈਨੂੰ ਆਪਣੀ ਅੱਖ ਕੱਢ ਕੇ ਦੇ ਸਕਦਾ? ਆਖੋ ਸਤਨਾਮ। ਸ੍ਰੀ ਵਾਹਿਗੁਰੂ। ਬੜੀ ਔਖੀ ਹੈ ਮੰਜ਼ਿਲ ਫਕੀਰਾਂ ਦੀ, ਬੜੀ ਔਖੀ ਹੈ ਮੰਜ਼ਿਲ ਫਕੀਰਾਂ ਦੀ, ਬੜੀ ਔਖੀ ਹੈ ਮੰਜ਼ਿਲ ਫਕੀਰਾਂ ਦੀ, ਬੜੀ ਔਖੀ ਹੈ ਮੰਜ਼ਿਲ ਫਕੀਰਾਂ ਦੀ। ਗੁਰ ਪੀਰਾਂ ਕੀ ਚਾਕਰੀ, ਗੁਰ ਪੀਰਾਂ ਕੀ ਚਾਕਰੀ, ਗੁਰ ਪੀਰਾਂ ਕੀ ਚਾਕਰੀ, ਗੁਰ ਪੀਰਾਂ ਕੀ ਚਾਕਰੀ,
ਗੁਰ ਪੀਰਾਂ ਕੀ ਚਾਕਰੀ, ਗੁਰ ਪੀਰਾਂ ਕੀ ਚਾਕਰੀ, ਗੁਰ ਪੀਰਾਂ ਕੀ ਚਾਕਰੀ, ਗੁਰ ਪੀਰਾਂ ਕੀ ਚਾਕਰੀ। ਮਹਾ ਕਰੜੀ ਸੁਖ ਸਾਰ, ਮਹਾ ਕਰੜੀ ਸੁਖ ਸਾਰ, ਮਹਾਕਰੜੀ ਸੁਖ ਸਾਰ, ਮਹਾਕਰੜੀ ਸੁਖ ਸਾਰ। ਮੈਂ ਸੁਣਿਆ ਤੇਰੇ ਸਕੂਲ ਅੰਦਰ ਪੜਨ ਵਾਲਿਆਂ ਦੀ ਲੱਗਦੀ ਫੀਸ ਕੋਈ ਨਾ, ਪਰ ਜਦੋਂ ਵਿੱਚ ਸਕੂਲ ਦੇ ਲਿਆ ਦਾਖਲਾ ਤੇ ਪੜਨ ਵਾਲਿਆਂ ਦੇ ਧੜਾਂ ਤੇ ਸੀਸ ਕੋਈ ਨਾ। ਸੰਗਤੇ ਪੱਗ ਬੰਨਣੀ ਔਖੀ ਹੈ, ਔਖੀ ਨਹੀਂ ਹੈ। ਦਾੜਾ ਰੱਖਣਾ ਔਖਾ ਕੋਈ ਨਹੀਂ, ਕੁੜਤਾ ਪਜਾਮਾ ਗਾਤਰਾ ਔਖਾ ਨਹੀਂ, ਪਰ ਔਖਾ ਗੁਰੂ ਦਾ ਰਸਤਾ। ਸਿਰ ਦਿੱਤਿਆਂ ਬਾਜ ਨਹੀਂ ਨਿਭਦਾ। ਬਾਪੂ ਨੇ ਸਰਬੰਸ ਦਿੱਤਾ ਸੀ ਆਪਣਾ, ਆਪਣੇ ਪੁੱਤਾਂ ਨੂੰ ਸ਼ਹੀਦ ਕਰਾ ਕੇ ਖੱਫਨ ਨਹੀਂ ਪਾਇਆ। ਸਿੱਖੀ ਕਿਤੇ ਸੌਖੀ ਹੈ? ਅੱਜ ਭਾਵੇਂ ਸੌਖੀ ਦਿਸਦੀ ਹੋਵੇ ਪਰ ਬੜੀ ਔਖੀ ਹੈ। ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਕੋਲਿਆਂ ਤੇ ਤੁਰਨਾ ਪੈਣਾ ਜੇ ਖਾਲਸਾ ਬਣਨਾ। ਨਾਂ ਰੱਖ ਕੇ ਖਾਲਸਾ ਥੋੜਾ ਬਣਿਆ ਜਾਂਦਾ। ਭਾਈ ਸੁਖਦੇਵ ਸਿੰਘ ਖਾਲਸਾ, ਖਾਲਸਾ ਮਗਰ ਲਿਖਾਇਆ ਹੁੰਦਾ ਕਈਆਂ ਨੇ, ਪਰ ਖਾਲਸੇ ਦੀ ਡੈਫੀਨੇਸ਼ਨ ਬੜੀ ਤਕੜੀ ਹੈ। ਖਾਲਸਾ ਬਣਨਾ ਬਹੁਤ ਔਖਾ ਏ। ਸ਼ੁੱਧ ਦੇਸੀ ਘੀ ਦੇ ਉੱਤੇ ਲਿਖਿਆ ਨਾ, ਸ਼ੁੱਧ ਖਾਲਸ ਦੇਸੀ ਧੀ। ਖਾਲਸ ਦੀ ਡੈਫੀਨੇਸ਼ਨ ਹੁੰਦੀ ਜਿਹ 'ਚ ਮਿਲਾਵਟ ਨਾ ਹੋਵੇ, ਕੋਈ ਪਿਓਰ ਹੋਵੇ। ਅੱਜ ਨਾ ਹੀ ਮੈਂ ਪਿੱਛੇ ਆਪਣੇ ਲਵਾਇਆ ਖਾਲਸਾ, ਮਿਲਾਵਟ ਕੀ, ਮੈਂ ਤਾਂ ਸਾਰਾ ਹੀ ਮਿਲਾਵਟ ਦਾ ਭਰਿਆ। ਚੰਗਾ ਬੰਦਾ ਮਿਲੇ ਤੇ ਉਹਨੂੰ ਹੋਰ ਪਿਆਰੇ ਉਹ ਜਲ ਪਾਣੀ ਚੱਕੀਏ, ਮਾੜਾ ਮਿਲੇ ਉਹਨੂੰ ਬੁਲਾਈ ਦਾ ਵੀ ਨਹੀਂ। ਮਿਲਾਵਟ ਨਹੀਂ ਹੈਗੀ ਹੈ, ਬਹੁਤ ਔਖਾ। ਨਾਂ ਰੱਖਿਆ ਗੱਲ ਨਹੀਂ ਬਣਦੀ। ਬੜੇ ਤੁਰੇ ਫਿਰਦੇ ਨੇ ਖਾਲਸਾ ਲਿਖਾਉਣ ਵਾਲੇ, ਰਖਾਉਣ ਵਾਲੇ, ਪਰ ਖਾਲਸਾ ਬਣਨਾ ਬੜਾ ਔਖਾ, ਬੜਾ ਜ਼ਿਆਦਾ ਔਖਾ ਜੀ। ਤੋ ਇਸ ਵੇਲੇ ਕਹਿੰਦੇ ਮਹਾਰਾਜ ਨੇ ਸਿਰ ਲੈ ਕੇ ਅੰਮ੍ਰਿਤ ਛਕਾਇਆ, ਪਹਿਲਾਂ ਸਿਰ ਵੱਢਿਆ। ਹੁਣ ਬਾਬਾ ਫਰੀਦ ਸਾਹਿਬ ਜੀ ਆਪਣੇ ਉਸਤਾਦ ਦਾ ਇਸ਼ਨਾਨ ਕਰਾਉਣ ਲੱਗੇ ਨੇਮ, ਤੇ ਵੇਸਵਾ ਨੂੰ ਗੁੱਸਾ ਆ ਗਿਆ ਵੀ ਮੈਂ ਇੰਨੀ ਸੋਹਣੀ ਸੁਨੱਖੀ ਹੈ, ਮੈਂ ਮੂੰਹੋਂ ਕਿਹਾ ਤੇ ਮੇਰੇ ਪੱਲੇ ਕੀ ਰਹਿ ਗਿਆ ਵੀ ਇਹ ਤਾਂ ਨਾ ਕਰ ਗਿਆ। ਪਹਿਲਾ ਬੰਦਾ ਇਹ ਵੀ ਜਿਹੜਾ ਮੂੰਹੋਂ ਕਿਹਾ ਨਾ ਕਰ ਗਿਆ। ਫਿਰ ਪਰਖ ਪਾਈ, ਕਹਿੰਦੀ ਇੰਨਾ ਪਿਆਰ ਕਰਦਾ। ਫਰੀਦ ਸਾਹਿਬ ਕਹਿੰਦੇ ਬਹੁਤ ਜ਼ਿਆਦਾ, ਮੇਰਾ ਸਿਰ ਵੀ ਦੇਣਾ ਪੈ ਜੇ ਨਾ ਆਪਣੇ ਮੁਰਸ਼ਿਦ ਵਾਸਤੇ ਤੇ ਮੈਂ ਪਿੱਛੇ ਨਹੀਂ ਹਟੂੰਗਾ। ਅੱਜ ਬਾਬਾ ਜੀਵਨ ਸਿੰਘ ਦੀ ਸ਼ਹੀਦੀ ਹੈ, ਜਿਹਨੂੰ ਕਹਿੰਦੇ ਰੰਗਰੇਟਾ ਗੁਰੂ ਕਾ ਬੇਟਾ, ਜਿਹਨੇ ਛਾਤੀ ਨਾਲ ਲਾ ਕੇ ਸੀਸ ਦਿੱਲੀਓਂ ਲਿਆਂਦਾ ਸੀ, ਜੁੱਤੀ ਨਹੀਂ ਸੀ ਪਾਈ ਪੈਰੀ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਵੀ ਅੱਜ ਸਾਡੇ ਨਾ ਬਹੁਤ ਜ਼ਿਆਦਾ ਪਿੰਡਾਂ ਦੇ ਵਿੱਚ ਜੁੱਤੀ ਪਾ ਕੇ ਗੁਰੂ ਗ੍ਰੰਥ ਸਾਹਿਬ ਚੁੱਕਣ ਲੱਗ ਪਿਆ। ਭਾਈ ਬੋਲਿਆ ਕਰੋ, ਜੁੱਤੀ ਪਾ ਕੇ ਨਹੀਂ ਚੁੱਕਣਾ, ਕਿਉਂਕਿ ਆਪਾਂ ਹੌਲੀ ਹੌਲੀ ਸਾਰਾ ਪਹਿਰਾ ਡਾਊਨ ਕਰੀ ਜਾਂਦੇ। ਇਹੋ ਹੀ ਜੁੱਤੀਆਂ ਸਿਰ ਨੂੰ ਆਉਂਦੀਆਂ ਮੁੜ ਕੇ। ਉੱਥੇ ਕਹਿ ਦਿਆ ਕਰੋ ਭਾਊ ਨਹੀਂ ਚੁੱਕਣਾ ਤੇ ਮੈਨੂੰ ਚੁਕਾ ਦਿਓ, ਲਿਆ ਮੈਂ ਵੇਣਾ ਮੇਰੇ ਪੈਰਾਂ ਨੂੰ ਕੀ ਛਾਲੇ ਪੈ ਚੱਲੇ। ਗੁਰੂ ਮਹਾਰਾਜ ਦੇ ਰਸਤੇ ਤੇ ਜਾਂਦਿਆਂ ਤੇ ਮਹਾਰਾਜ ਨੇ ਖੱਫਣ ਨਹੀਂ ਪਾਇਆ ਪੁੱਤਾਂ ਤੇ। ਬਰਸ਼ੀ ਮਾਰ ਕੇ ਬਾਬਾ ਜੁਝਾਰ ਸਿੰਘ ਦੀ ਵੱਖੀ ਦੇ ਵਿੱਚ ਆਂਦਰਾਂ ਬਾਹਰ ਕੱਢਤੀਆਂ। ਤਵੀਆਂ ਤੇ ਮਹਾਰਾਜ ਬਹਿ ਗਏ ਤੇ ਕੀ ਗੱਲ, ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਨੰਗੇ ਪੈਰੀ ਜਾਂਦੇ ਸੰਗ ਲੱਗਦੀ ਹੈ? ਅੱਜ ਬਹੁਤੀ ਥਾਵਾਂ ਤੇ ਕਈ ਤੁਰ ਪੈਂਦੇ ਜੁੱਤੀਆਂ ਪਾ ਕੇ, ਫਿਰ ਕਈ ਦਾ ਲਾ ਦਿਓ। ਨਹੀਂ, ਵਾਹਿਗੁਰੂ ਕਹਿੰਦੇ ਕੋਈ ਗੱਲ ਨਹੀਂ ਹੁੰਦੀ। ਮੈਂ ਕਿਹਾ ਗੱਲ ਤਾਂ ਫਿਰ ਕੋਈ ਵੀ ਨਹੀਂ ਹੁੰਦੀ, ਪਰ ਭਾਵਨਾ ਵੀ ਹੁੰਦੀ ਹੈ ਨਾ। ਇਹ ਅੱਜ ਜੁੱਤੀ ਪਾ ਲਈ ਆ, ਭਲਕੇ ਤੁਸੀਂ ਜਰਾਬਾਂ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਚ ਬਹਿ ਜਾਓਗੇ। ਫਿਰ ਹੁਣ ਇਹ ਵੀ ਬੇਨਤੀ ਕਰੀ ਦੀ, ਜਰਾਬਾਂ ਪਾ ਕੇ ਕਈ ਆਉਂਦੇ, ਜਰਾਬਾਂ ਪਾ ਕੇ ਅੰਦਰ ਆ ਗਏ ਤੇ ਜੁੱਤੀ ਪਾ ਕੇ ਇੱਕੋ ਹੀ ਗੱਲ ਹੈ। ਕਦੇ ਭਾਵਨਾ ਨਾ ਸੋਚਿਓ। ਜੁੱਤੀ ਦੇ ਵਿੱਚੋਂ ਪੈਰ ਚਰਨ ਗੰਗਾ 'ਚ ਧੋਈ ਦੇ, ਜੁੱਤੀ ਗੰਦੀ ਹੈ, ਉਹਦੇ 'ਚ ਸਮੈਲ ਭੈੜੀ ਚਮੜਾ ਹੈ, ਤੇ ਚਰਨ ਗੰਗਾ ਇਸੇ ਲਈ ਬਣਾਈ ਕਿ ਸੋਹਣੇ ਚਰਨ ਸਾਫ਼ ਕਰ। ਤੇ ਕਈ ਮੂਰੇ ਵੇਖੀਦਾ ਹੈ ਕਹਿਣ ਦੇ ਬਾਵਜੂਦ ਵੀ ਜਰਾਬਾਂ ਪਾ ਕੇ ਅੰਦਰ ਆਉਂਦੇ। ਹੁਣ ਜਿਹਨੇ ਜਰਾਬ ਪਾ ਲਈ ਸਮਝ ਲਓ ਜੁੱਤੀ ਪਾ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆ ਗਿਆ। ਇੰਨੀ ਗੱਲ ਕਿਸੇ ਨੂੰ ਕਹਿ ਦੇ, ਲੈ ਉਹਨੇ ਕਹਿਣਾ ਬਾਬਾ ਸਿਰ ਪਾੜ ਦੂੰ ਤੇਰਾ। ਕਿਉਂਕਿ ਮਹਿਸੂਸ ਕਰੋ ਨਾ, ਜਰਾਬਾਂ ਜੁੱਤੀ 'ਚੋਂ ਨਿਕਲੀਆਂ ਤੇ ਜੁੱਤੀ ਪਾਲੀ ਜਰਾਬ ਪਾਲੀ, ਸਮਝ ਲਓ ਇੱਕੋ ਗੱਲ ਹੈ। ਹੁਣ ਤੁਸੀਂ ਜੁੱਤੀ ਪਾ ਕੇ ਅੰਦਰ ਆਓ, ਕਿੱਦਾਂ ਦਾ ਫੀਲ ਕਰੋਗੇ? ਮੰਨ ਲਓ ਤੁਸੀਂ ਇਸ ਵੇਲੇ ਜੁੱਤੀ ਪਾ ਕੇ ਆ ਜਾਓ ਤੇ ਆਪਣੇ ਆਪ ਦੀ ਜਾਨ ਨਿਕਲ ਜਾਂਦੀ, ਤੇ ਜਰਾਬਾਂ ਵੀ ਜੁੱਤੀ ਆ। ਕਹਿਣਗੇ ਜੀ ਠੰਡ ਬੜੀ ਹੈ, ਕਹਿੰਦੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿੰਤਾ, ਨੀਲੇ ਹੋ ਗਏ, ਤੈਨੂੰ ਜ਼ਿਆਦਾ ਠੰਡ ਲੱਗਦੀ ਹੈ। ਤੂੰ ਲੋਈ ਲਈ ਉੱਤੇ, ਗੱਡੀ 'ਚ ਵੀ ਤੇਰੇ ਹੀਟ ਲੱਗੀ, ਤੇਰੇ ਪੈਰ ਮਖਮਲੀ ਸੇਜਾਂ ਵਾਲੇ, ਇਹਨਾਂ ਨੂੰ ਲਾਲਾ ਪਰੇ ਥੱਲੇ।
ਆਪਾਂ ਤੇ ਹੁਣ ਕਿਸੇ ਨੂੰ ਕਹਿੰਦੇ ਨਹੀਂ ਨਾ। ਸੰਤ ਜਰਨੈਲ ਸਿੰਘ ਜੀ ਉਹ ਤਾਂ ਮਹਾਂਪੁਰਖਾਂ ਦੀ ਡਾਂਗ ਚੱਲਦੀ ਸੀ। ਬਾਬਾ ਜੀ ਦੇ ਜਿੰਨੇ ਵੀ ਟਕਸਾਲ ਦੇ ਸਿੰਘ ਅੱਜ ਵੀ ਉਹ ਨਹੀਂ ਬਖਸ਼ਦੇ ਕਿਸੇ ਨੂੰ, ਉਸੇ ਵੇਲੇ ਬਾਹੋਂ ਫੜ ਕੇ ਬਾਹਰ ਕੱਢ ਦਿੰਦੇ ਅਗਲੇ। ਕਿਉਂਕਿ ਮਰਦਾਂ ਦੀ ਹੈ ਨਾ, ਇਹ ਸੀਸ ਲਵਾਏ ਆ, ਤਲੀਆਂ ਤੇ ਰੱਖੇ ਆ। ਹੁਣ ਆਪਾਂ ਢਿੱਲਾ ਜਿਹਾ ਪਹਿਰਾ ਕਰੀ ਜਾਂਦੇ ਵੀ ਗੁੱਸਾ ਕਰੂ ਰਿਸ਼ਤੇਦਾਰ। ਉਹ ਰਿਸ਼ਤੇਦਾਰ ਦਾ ਗੁੱਸਾ ਨਹੀਂ ਹੋਣ ਦਿੰਦੇ, ਗੁਰੂ ਗੁੱਸੇ ਹੋ ਜੇ ਤੇ ਹੋ ਜੇ। ਕੋਈ ਖੁੱਲ ਕੇ ਬੋਲੋ ਤੇ ਸਹੀ। ਹੁਣ ਅੱਜ ਬੋਲੇ ਆ ਤੇ ਦੱਸਿਆ ਕਰੋ। ਸਮਝ ਲਓ ਜੁੱਤੀ ਪਾ ਕੇ ਚਲੇ ਗਏ ਗੁਰੂ ਗ੍ਰੰਥ ਸਾਹਿਬ ਕੋਲ, ਜੁੱਤੀ ਪਾ ਕੇ ਜਿਹੜਾ ਆਊ ਉਹਦਾ ਹਸ਼ਰ ਕੀ ਹੋਣਾ। ਤੋ ਇਸ ਕਰਕੇ ਹੁਣ ਧਿਆਨ ਦਿਓ, ਕਥਾ ਸੁਣੋ ਤੇ ਲੱਭੋ ਕੁਛ। ਬਾਬੇ ਫਰੀਦ ਸਾਹਿਬ ਨੇ ਆਖਿਆ ਮੈਨੂੰ ਆਪਣੇ ਮੁਰਸ਼ਿਦ ਵਾਸਤੇ ਸਿਰ ਵੀ ਦੇਣਾ ਪੈ ਜੇ। ਅੱਜ ਬਾਬਾ ਉਦੇ ਸਿੰਘ ਵੀ ਸ਼ਹੀਦ ਹੋਏ ਸਰਸਾ ਦੇ ਕੰਢੇ, ਤੇ ਇਤਿਹਾਸ ਕਹਿੰਦਾ ਵੀ ਉਹਨਾਂ ਦਾ ਸਿਰ ਵੱਢ ਲਿਆ ਸੀ ਇਹਨਾਂ। ਉਹਨਾਂ ਦਾ ਚਿਹਰਾ ਮਿਲਦਾ ਸੀ ਗੁਰੂ ਗੋਬਿੰਦ ਸਿੰਘ ਨਾਲ, ਤੇ ਸਿਰ ਵੱਢ ਕੇ ਨਾ ਸ਼ਹੀਦ ਹੋਏ ਦਾ ਇੱਕ ਥਾਲੀ ਦੇ ਵਿੱਚ ਰੱਖ ਕੇ ਤੇ ਦਿੱਲੀ ਲੈ ਗਏ। 2 ਸਿੱਖਾਂ ਦਾ ਸਿਰ ਵੱਢ ਕੇ ਲਗਾਏ, ਬਾਬਾ ਸੰਗਤ ਸਿੰਘ ਜੀ ਦਾ, ਉਹ ਵੀ ਮਿਲਦੇ ਸੀ, ਕਲਗੀ ਲੱਗੀ ਸੀ। ਬਾਬਾ ਉਦੇ ਸਿੰਘ ਦਾ ਸੀਸ ਵੱਢ ਕੇ ਦਿੱਲੀ ਲੈ ਗਏ। ਔਰੰਗਜ਼ੇਬ ਨੂੰ ਕਹਿੰਦੇ ਜੀ ਮਰਹਬਾ ਮਰਹਬਾ, ਵਧਾਈ ਹੋਵੇ। ਕਹਿੰਦਾ ਕਾਹਦੀ? ਕਹਿੰਦੇ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਖਤਮ ਕਰਤਾ। ਕਹਿੰਦੇ ਕਿੱਥੇ ਹੈ? ਕਹਿੰਦੇ ਆਓ ਲਓ ਜੀ ਤੋਹਫਾ, ਸੀਸ ਲੈ ਕੇ ਆਏ। ਜਦੋਂ ਕੱਪੜਾ ਚੁੱਕ ਕੇ ਔਰੰਗਜ਼ੇਬ ਨੇ ਵੇਖਿਆ ਸੀ, ਕਹਿੰਦਾ ਨਾ ਇਹ ਗੁਰੂ ਗੋਬਿੰਦ ਸਿੰਘ ਨਹੀਂ ਹੋ ਸਕਦਾ, ਤੁਹਾਨੂੰ ਭੁਲੇਖਾ ਏ। ਇੰਨੇ ਚਿਰ ਨੂੰ ਕਿਸੇ ਨੇ ਸੁਨੇਹਾ ਦੇਤਾ ਵੀ ਗੁਰੂ ਗੋਬਿੰਦ ਸਿੰਘ ਦੇ ਚਮਕੌਰ ਦੀ ਗੜੀ 'ਚ ਪਹੁੰਚ ਗਿਆ। ਖਵਾਜਾ ਮਰਦੂਦ, ਜ਼ਬਰਦਸਤ ਖਾਂ ਵਰਗੇ, ਨਾਰ ਖਾਂ ਵਰਗਿਆਂ ਨੇ ਚਿੱਠੀ ਲਿਖਤੀ ਵੀ ਗੁਰੂ ਗੋਬਿੰਦ ਸਿੰਘ ਤਾਂ ਇੱਧਰ ਬੈਠਾ। ਰਾਤੀ ਆਵਾਜ਼ਾਂ ਕਿਹਦੀਆਂ ਆਉਂਦੀਆਂ? 2 ਸਿਰ ਕੱਟੇ, ਸੰਗਤ ਸਿੰਘ ਜੀ ਦਾ ਤੇ ਉਦੇ ਸਿੰਘ ਜੀ ਦਾ। ਇਹਨਾਂ ਦੇ ਚਿਹਰੇ ਬਾਪੂ ਨਾਲ ਰਲਦੇ। ਅੱਜ ਵੀ ਸੰਗਤੇ ਕੋਈ ਬੰਦੇ ਨੂੰ ਪੈਸਾ ਦੇ ਸਕਦਾ, ਮਾਇਆ ਦੇ ਸਕਦਾ, ਗੱਡੀ ਦੇ ਸਕਦਾ, ਪਰ ਆਪਣਾ ਚਿਹਰਾ ਨਹੀਂ ਦੇ ਸਕਦਾ। ਕੋਈ ਵੀ ਕਿਸੇ ਨੂੰ ਆਪਣਾ ਚਿਹਰਾ ਨਹੀਂ ਦੇ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਚਿਹਰਾ ਵੀ ਸਾਨੂੰ ਦੇਤਾ। ਲੈ ਤੁਸੀਂ ਦਮਾਲਾ ਬੱਧਾ ਹੋਵੇ, ਦਾੜਾ ਪ੍ਰਕਾਸ਼ ਹੋਵੇ, 5 ਪਿਆਰੇ ਬਾਣਾ ਪਾਇਆ ਹੋਵੇ, ਤੇ ਭੁਲੇਖਾ ਲੱਗ ਜਾਂਦਾ ਵੀ ਕਿਹੜਾ ਕਿਹੜਾ ਸੀ, ਰਲ ਜਾਂਦੇ ਆ ਨਾ। ਚਿਹਰਾ ਵੀ ਗੁਰੂ ਗੋਬਿੰਦ ਸਿੰਘ ਆਪਦਾ ਸਾਨੂੰ ਦੇ ਗਿਆ, ਇਹ ਕੋਈ ਰਹਿਬਰੇ ਪੁਰਸ਼ ਨਹੀਂ ਦੇ ਸਕਿਆ। ਤੁਸੀਂ ਦਾੜਾ ਪ੍ਰਕਾਸ਼ ਕੀਤਾ, ਦਮਾਲਾ 5 ਸਿੰਘਾਂ ਨੂੰ ਬਣਾ ਕੇ ਸ੍ਰੀ ਸਾਹਿਬ ਚੋਲੇ ਪਾਓ, ਤੇ ਦੂਰੋਂ ਪਛਾਣ ਨਹੀਂ ਸਕਦੇ ਵੀ ਕਿਹੜਾ ਸਾਡਾ ਵਾ ਤੇ ਕਿਹੜਾ ਦੂਜਾ। ਚਿਹਰਾ ਵੀ ਗੁਰੂ ਦੇ ਗਿਆ ਸੀ। ਅੱਜ ਉਹਨਾਂ ਦੀ ਸ਼ਹੀਦੀ ਸ਼ਾਮਾਂ ਨੂੰ ਸਾਂਝੀ ਕਰਨੀ ਹੈ। ਮਹਾਰਾਜ ਦੀ ਛਾਤੀ ਨਾਲ ਸੀਸ ਲਾ ਕੇ ਦਿੱਲੀੋਂ ਤੁਰਿਆ ਸੀ ਨੰਗੇ ਪੈਰੀਂ, ਤੇ ਆਨੰਦਪੁਰ ਆਇਆ। ਅੱਜ ਕਿਲੋਮੀਟਰ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੱਤੀਆਂ ਪਾ ਕੇ ਜਾਂਦੇ ਆ, ਕਿੱਥੋਂ ਸਿੱਖੀ ਸਾਂਭ ਲਾਂਗੇ। ਉਹਨੇ ਜੋੜਾ ਨਹੀਂ ਸੀ ਪਾਇਆ, ਉਹਨੂੰ ਪਤਾ ਸੀ ਮੇਰੇ ਬਾਪੂ ਦਾ ਸੀਸ ਹੈ, ਮੈਂ ਜੁੱਤੀ ਪਾ ਕੇ ਨਹੀਂ ਜਾਣਾ। ਇਤਿਹਾਸ ਕਹਿੰਦਾ ਪੈਰਾਂ ਨਾਲੋਂ ਮਾਸ ਉੱਚੜ ਗਿਆ ਸੀ, ਹੱਡੀਆਂ ਦਿਸਣ ਲੱਗ ਪਈਆਂ ਸੀ ਭਾਈ ਜੈਤੇ ਦੇ ਪੈਰਾਂ ਦੀਆਂ। ਇੰਨੇ ਜੰਗਲਾਂ ਦੇ ਰਸਤੇ ਥਾਣੀ ਆਇਆ। ਸਾਡੇ ਕੋਲ ਤਾਂ ਸੋਹਣੀਆਂ ਗੱਡੀਆਂ, ਸੋਹਣੀਆਂ ਸਕੂਟਰੀਆਂ, ਬਾਈਕਾਂ, ਅਸੀਂ ਤਾਂ ਵੀ ਨਹੀਂ ਮੱਥਾ ਟੇਕਣਾ, ਇਹ ਬਿਸਤਰਿਆਂ 'ਚ ਹੀ ਬੈਠੇ ਰਹਿੰਦੇ। ਉਹਦੇ ਵੱਲ ਵੇਖੋ ਨਾ ਸੰਗਤੇ। ਇਸ ਕਰਕੇ ਬਾਬਾ ਫਰੀਦ ਸਾਹਿਬ ਦੀ ਪਰਖ ਹੋਈ ਜੀ। ਕਹਿਣ ਲੱਗੀ ਇੰਨਾ ਪਿਆਰ ਕਰਦਾ ਮੁਰਸ਼ਿਦ ਨੂੰ। ਫਰੀਦ ਸਾਹਿਬ ਕਹਿੰਦੇ ਜਾਨ ਵੀ ਦੇ ਸਕਦਾ। ਕਹਿੰਦੀ ਜਾਨ ਛੱਡ, ਆਪਣੀ ਇੱਕ ਅੱਖ ਦੇ ਮੈਨੂੰ। ਉਹਨੇ ਤੇ ਉਸ ਤਰ੍ਹਾਂ ਹੀ ਵੇਖਿਆ ਵੀ ਵੇਣੀ ਆ ਜੇਰਾ ਵੀ ਭੱਜਦਾ ਕਿ ਰਹਿੰਦਾ। ਕਹਿੰਦੀ ਇੱਕ ਅੱਖ ਦੇ ਮੈਨੂੰ, ਫਿਰ ਮੈਂ ਫਿਰ ਅੱਗ ਦੇਣੀ। ਕਹਿੰਦੇ ਖੰਜਰ ਲੈ ਕੇ ਬਾਬਾ ਫਰੀਦ ਸਾਹਿਬ ਨੇ 1 ਮਿੰਟ ਦੇ ਵਿੱਚ ਆਪਣਾ ਡੇਲਾ ਕੱਢ ਕੇ ਉਹਦੀ ਤਲੀ ਤੇ ਰੱਖ ਦਿੱਤਾ। ਕਰ ਸਕਦਾ ਕੋਈ? ਨਾ ਭਾਈ, ਔਖਾ ਹੀ ਹੈ। ਬਹੁਤ ਵੱਡੀਆਂ ਕਮਾਈਆਂ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਮਿਲਦੀ। ਮੈਂ ਤਾਂ ਕਹਿੰਦਾ ਆਪਣੇ ਤੇ ਮਾੜੇ ਕਰਮ ਮਾਰੇ ਆਪਾਂ ਨੂੰ ਤਾਂ ਵੀ ਰੋਜ਼ ਗੋਦੀ ਚਬਾਉਂਦੇ ਆ। ਜਿੰਨੇ ਵੀ ਤੁਸੀਂ ਬੈਠੇ ਸੰਗਤੇ, ਆਪਾਂ ਸਾਰੇ, ਆਪਾਂ ਕੋਈ ਭੇਟਾ ਨਹੀਂ ਗੁਰੂ ਨੂੰ ਦੇ ਸਕਦੇ, ਪਰ ਕੋਈ ਤਰਸ ਮਾਰੇ ਨੇ ਕੀਤਾ ਵੀ ਆਪਾਂ ਨੂੰ ਰੋਜ਼ ਆਪਣੀ ਗੋਦੀ 'ਚ ਬਿਠਾਉਂਦੇ ਆ। ਉਹਨਾਂ ਨੇ ਸਿਰ ਦਿੱਤੇ, ਬੰਦ ਕਟਾਏ, ਖੋਪਰੀਆਂ ਲਵਾਈਆਂ, ਆਪਣੇ ਜਮੂਰਾਂ ਨਾਲ ਮਾਸ ਤੜਾਏ, ਫਿਰ ਜਾ ਕੇ ਜਗ੍ਹਾ ਮਿਲੀ ਗੁਰੂ ਕੋਲੇ। ਇਸ ਕਰਕੇ ਸਾਧ ਸੰਗਤ ਜੀ, ਹੁਣ ਤੇ ਕਿਰਾਏ ਤੇ ਕਮਰਾ ਕੋਈ ਬਿਨਾਂ ਕਿਰਾਏ ਤੋਂ ਨਹੀਂ ਦਿੰਦਾ। ਆਪਾਂ ਵੇਖੀ ਤਾਂ ਨਾ ਕਈ ਪਾਰਕਾਂ ਦੇ ਵਿੱਚ ਪੈਸੇ ਲੱਗਦੇ ਬਹਿਣ ਦੇ ਵੀ, ਕੁਰਸੀ ਤੇ ਗੁਰੂ ਕੋਲ ਬਹਿਣ ਦਾ ਉਹ ਤਾਂ ਖੁਸ਼ੀ ਹੈ ਗੁਰੂ ਦੀ। ਤੋ ਕਹਿੰਦੇ ਉਸ ਵੇਲੇ ਬਾਬੇ ਫਰੀਦ ਨੇ ਆਪਣਾ ਡੇਲਾ ਕੱਢ ਕੇ ਦੇਤਾ। ਵੇਸਵਾ ਵੀ ਕੰਬ ਗਈ। ਕਹਿੰਦੀ ਫਰੀਦ ਇਹ ਕੀ ਕੀਤਾ? ਕਹਿੰਦਾ ਦੂਜਾ ਵੀ ਦਵਾਂ। ਪਿਆਰ ਸੱਚਾ ਏ ਮੇਰਾ, ਤੂੰ ਮੈਨੂੰ ਪਰਖਣਾ। ਕਹਿੰਦੇ ਲੋਕੀ ਤਰਦੇ ਵਿੱਚ ਚਨਾਉਂਦੇ, ਅਸੀਂ ਲਹੂ ਅੰਦਰ ਲਾਈਆਂ।
ਤਾਰੀਆਂ ਨੇ ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ, ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ। ਜਿੱਥੋਂ ਮੁੱਕਦੀ ਮਜਨੂਆਂ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ, ਐ ਪਰ ਜਿਸਮ ਚੋਂ ਗਈ ਨਾ। ਲੋਕੀ ਨਹਾਉਂਦੇ ਵਿੱਚ ਚਨ੍ਹਾ ਦੇ, ਅਸੀਂ ਲਹੂ ਅੰਦਰ ਲਾਈਆਂ। ਤਾਰੀਆਂ ਨੇ ਸਾਨੂੰ ਐਵੇਂ ਨਹੀਂ ਲੋਕੀ ਸਰਦਾਰ ਕਹਿੰਦੇ ਲਈਆਂ, ਸਿਰਾਂ ਦੇ ਨਾਲ ਸਰਦਾਰੀਆਂ ਨੇ। ਕਿਤੇ ਐਵੇਂ ਥੋੜਾ ਅੱਜ ਕੱਲ ਤੇ ਫੈਸ਼ਨ ਹੀ ਦੂਜੇ ਹੋ ਗਏ, ਪੱਗ ਵੱਲ ਨੂੰ ਵੇਖਦਾ ਨਹੀਂ ਕੋਈ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਨੇ ਅੱਖ ਦੇਤੀ, ਵੇਸਵਾ ਵੀ ਕੰਬ ਗਈ। ਕਹਿੰਦੇ ਪੱਟੀ ਬੰਨ ਕੇ ਤੁਰ ਪਿਆ। ਉਸ ਪੱਟੀ ਨੂੰ ਬੱਧਿਆਂ ਆ ਕੇ ਗਰਮ ਪਾਣੀ ਕੀਤਾ ਤੇ ਆਪਣੇ ਉਸਤਾਦ ਦਾ ਇਸ਼ਨਾਨ ਕਰਾਇਆ। ਤੇ ਉਸਤਾਦ ਵੀ ਬੰਦਕੀ ਵਾਲਾ ਸੀ, ਨਕਲੀ ਨਹੀਂ ਸੀ। ਕਹਿੰਦਾ ਫਰੀਦ ਅੱਖ ਨੂੰ ਕੀ ਹੋਇਆ? ਕਹਿੰਦੇ ਜੀ ਅੱਖ ਆਈ ਆ, ਆਈ ਹੋਈ ਆ। ਆਈ ਦਾ ਭਾਵ ਕਈ ਵਾਰੀ ਅੱਖਾਂ ਤੇ ਆ ਜਾਂਦੀ ਪ੍ਰੋਬਲਮ, ਤੇ ਫਿਰ ਭੈਣ ਕਲਾਈ ਦਾ ਵੀ ਕਿਸੇ ਹੋਰ ਨੂੰ ਨਾ ਇਨਫੈਕਸ਼ਨ ਹੋਵੇ। ਕਹਿੰਦੇ ਜੀ ਅੱਖ ਆਈ ਹੈ। ਮੁਰਸ਼ਦ ਹੱਸ ਕੇ ਕਹਿੰਦਾ ਫਰੀਦਾ ਆਈ ਹੈ ਕਿ ਗਵਾਈ ਹੈ? ਅੱਖ ਆਈ ਹੈ ਕਿ ਗਵਾਈ ਹੈ? ਜਦੋਂ ਇੰਨੀ ਗੱਲ ਕਹੀ ਤੇ ਫਰੀਦ ਸਾਹਿਬ ਰੋ ਪਏ। ਕਹਿੰਦੇ ਬਾਪੂ ਮੈਂ ਤੇਰਾ ਇਸ਼ਨਾਨ ਕਰਾਉਣਾ ਸੀ ਤੇ ਭੁਲੇਖੇ ਨਾਲ ਵੇਸਵਾ ਦੇ ਬੂਹੇ ਤੇ ਚਲੇ ਗਿਆ। ਉਹ ਕਹਿੰਦੀ ਸੀ ਮੇਰੇ ਕੋਲ ਟਾਈਮ ਗੁਜ਼ਾਰ। ਮੈਂ ਕਿਹਾ ਮੇਰਾ ਉਸਤਾਦ ਕਹਿੰਦਾ ਨਹੀਂ, ਮੈਂ ਚਿੱਕੜ ਦੇ ਵਿੱਚ ਨਹੀਂ ਡਿੱਗਣਾ, ਮੈਂ ਬੜੀ ਦੂਰ ਪਹੁੰਚਣਾ ਅਜੇ, ਤੇ ਤੂੰ ਮੈਨੂੰ ਇੱਥੇ ਨਾ ਡੇਗ। ਤੇ ਉਹਨੇ ਕਿਹਾ ਵੀ ਇੰਨਾ ਹੀ ਪਿਆਰ ਕਰਦਾ ਏ ਤੇ ਅੱਖ ਦੇ ਸਕਦਾ? ਕਹਿੰਦੇ ਮੈਂ ਦੇ ਦਿੱਤੀ। ਇਤਿਹਾਸਕਾਰ ਸਾਖੀਕਾਰ ਲਿਖਦਾ ਹੈ ਕਿ ਬਾਬੇ ਫਰੀਦ ਦਾ ਉਸਤਾਦ ਵੀ ਬੰਦਕੀ ਦਾ ਰੱਤਿਆ ਸੀ। ਉਹਨੇ ਉਸੇ ਵੇਲੇ ਪੱਟੀ ਖੋਲੀ। ਜਦੋਂ ਖੋਲੀ ਤੇ ਫਰੀਦ ਸਾਹਿਬ ਦੀ ਅੱਖ ਬਿਲਕੁਲ ਨਰੋਈ ਦੀ ਨਰੋਈ, ਪਰ ਦੂਜੀ ਅੱਖ ਨਾਲੋਂ ਛੋਟੀ ਸੀ। ਅੱਜ ਵੀ ਬਾਬੇ ਫਰੀਦ ਦੀ ਮਹਾਂਪੁਰਖ ਦੇ ਜਿੰਨੇ ਅੰਸ ਬੰਸਦੇ ਆ, ਉਹਨਾਂ ਦੀ ਇੱਕ ਅੱਖ ਛੋਟੀ ਹੈ ਤੇ ਇੱਕ ਵੱਡੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦਾ ਵੀ ਇੱਕ ਨੇਤਰ ਥੋੜਾ ਜਿਹਾ ਛੋਟਾ ਸੀ, ਇੱਕ ਵੱਡਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਵੀ ਇੱਕ ਸੀ। ਇਹ ਬਹੁਤ ਵੱਡੀਆਂ ਇਤਿਹਾਸਕ ਘਟਨਾ ਮਿਲਦੀਆਂ ਏ। ਤੋ ਬਾਬਾ ਫਰੀਦ ਸਾਹਿਬ ਜੀ ਨੇ ਇਸ਼ਕ ਦੇ ਵਿੱਚ ਅੱਖ ਕੁਰਬਾਨ ਕਰਤੀ। ਪਰ ਸ਼ਲੋਕ ਕਹਿੰਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ। ਇਹਦੇ ਅਰਥ ਹੈ ਵੀ ਆਪਾਂ ਪਹੁੰਚਣਾ ਬੜੀ ਦੂਰ ਆ, ਪਰ ਆਪਾਂ ਅੱਜ ਸਾਰੇ ਚਿੱਕੜ ਦੇ ਵਿੱਚ ਡਿੱਗਦੇ ਜਾਂਦੇ। ਚਿੱਕੜ ਕਾਹਦਾ ਏ? ਵਿਆਹ ਸ਼ਾਦੀਆਂ ਦਾ, ਨੱਚਣ ਦਾ, ਭੰਗੜੇ ਪਾਉਣ ਦਾ, ਬੇਅਦਬੀ ਕਰਨ ਦਾ, ਰੋਮਾਂ ਦੀ, ਤੇ ਅੱਧ ਨੰਗੇ ਕੱਪੜੇ ਪਾ ਕੇ ਨੱਚਣਾ ਸਟੇਜਾਂ ਤੇ। ਇਹ ਚਿੱਕੜ ਹੀ ਹੈ ਸਾਰਾ। ਇਸ ਚਿੱਕੜ ਦੇ ਵਿੱਚ ਸਾਰੀ ਦੁਨੀਆ ਹੀ ਡਿੱਗ ਪਈ। ਕੋਈ ਮਾਂ ਦਾ ਪੁੱਤਰ ਵਿਰਲਾ ਜਿਹੜਾ ਇਹਦੇ ਚੋਂ ਪਾਰ ਹੋ ਸਕਦਾ। ਇੱਥੇ ਗਾਤਰੇ ਪਾ ਕੇ ਵੀ ਨੱਚਦੇ ਵੇਖੇ ਮੈਂ। ਉਹ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੂਰ ਘਰ ਹਜੇ ਬੜੀ ਦੂਰ ਹੈ ਮੰਜ਼ਿਲ। ਬਾਬਾ ਫਰੀਦ ਸਾਹਿਬ ਕਹਿੰਦੇ ਜੇ ਚੱਲਦਾ ਵਾਂ ਤੇ ਕੰਬਲੀ ਸਰੀਰ ਰੂਪੀ, ਸਵਾਸਾਂ ਰੂਪੀ ਕੰਬਲੀ ਭੇਜਦੀ ਹੈ। ਜੇ ਰਹਿਣਾ ਹੈ ਤੇ ਨੇਹ ਟੁੱਟਦਾ ਹੈ। ਕਹਿੰਦੇ ਭਿੱਜੋ ਸਿੱਜੋ ਕੰਬਲੀ, ਕਹਿੰਦੇ ਭਿੱਜਦੀ ਤੇ ਭਿੱਜ ਜੇ। ਇਹ ਵੀ ਅੱਲਾ ਦੇ ਹੁਕਮ 'ਚ ਹੀ ਪੈਂਦੇ ਆ ਮੀਂਹ। ਭਾਵ ਜਿਹੜੇ ਵਕਾਰ ਆ ਨਾ ਚਿੱਕੜ, ਇਹ ਵੀ ਉਹਦੇ ਹੁਕਮ 'ਚ ਹੀ ਆ। ਕਹਿੰਦੇ ਕੋਈ ਗੱਲ ਹੀ ਨਹੀਂ, ਪੈਂਦੇ ਤੇ ਪਈ ਜਾਂਦੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਮਿਲਣਾ ਜ਼ਰੂਰ ਹੈ ਆਪਣੇ ਸੱਜਣਾ ਨੂੰ, ਰਹਿੰਦਾ ਤੇ ਰਹਿ ਜੇ ਕੰਮ, ਮੈਨੂੰ ਕੋਈ ਪਰਵਾਹ ਨਹੀਂ ਭਾਵੇਂ ਸਾਰੀ ਦੁਨੀਆ। ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਸੀ, ਮਹਾਰਾਜ ਕਹਿੰਦੇ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜਗ ਸਾਰਾ, ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ, ਪਰ ਕੋਈ ਇਹ ਨਾ ਕਵੇ ਕਿ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਨਹੀਂ, ਕੋਈ ਕਹੂਗਾ ਕਹਿ ਹੀ ਜਾਵੇ, ਪਰ ਮੈਂ ਪੁੱਤਾਂ ਤੇ ਸਿੰਘਾਂ 'ਚ ਫਰਕ ਨਹੀਂ ਸਮਝਣਾ। ਅਸਲ ਦੇ ਵਿੱਚ ਸਾਧ ਸੰਗਤ ਜੀ ਬਹੁਤ ਮਹਿੰਗੀ ਹੈ ਬਾਣੀ। ਬਾਬਾ ਫਰੀਦ ਸਾਹਿਬ ਦਾ ਇੱਕ ਇੱਕ ਸ਼ਲੋਕ ਬੜਾ ਕੀਮਤੀ ਹੈ। ਤੋ ਇਹ ਪਿਆਰਾ ਸ਼ਲੋਕ ਮੇਰੇ ਖਿਆਲ ਕੱਲ ਭਾਈ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ,
ਪਰ ਮੈਂ ਦਾਸਤਾਨ ਦੇ ਰੂਪ ਵਿੱਚ ਤੁਹਾਡੇ ਨਾਲ ਸਾਂਝ ਪਾਤੀ ਹੈ ਕਿ ਫਕੀਰੀ ਦੀ ਮੰਜ਼ਿਲ ਬੜੀ ਔਖੀ ਆ। ਸਿੱਖ ਬਣਨਾ, ਸਿੰਘ ਬਣਨਾ ਕੋਈ ਔਖਾ ਨਹੀਂ। ਚੋਲਾ ਪਾ ਲਓ, ਕੇਸ ਰੱਖ ਲਓ, ਗਾਤਰਾ ਲੈ ਲਓ, ਪਰ ਇਹਦਾ ਰਸਤਾ ਬੜਾ ਔਖਾ ਹੈ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ। ਰਹਿਤ ਬੜੀ ਔਖੀ ਬਾਪੂ ਦੀ। ਬਾਣਾ ਪਾਉਣਾ ਸੌਖੀ ਗੱਲ ਹੈ, ਅੰਮ੍ਰਿਤ ਤੇ ਸਵੇਰੇ ਛਕ ਲੈਨੇ ਲਿਆਓ, ਪਰ ਜਦੋਂ 3 ਵਜੇ ਉੱਠਣਾ ਉਦੋਂ ਔਖਾ ਜਿਹਾ ਲੱਗਦਾ ਹੀ। ਅੰਮ੍ਰਿਤ ਤੇ ਕੱਲ੍ਹ ਨੂੰ ਛਕ ਲਓ, ਭਾਵੇਂ 100 ਜਾਣਾ, ਪਰ ਝੂਠ ਮਾਰਨ ਤੋਂ ਬਿਨਾਂ ਰਹਿ ਨਹੀਂ ਹੋਣਾ, ਹੱਕ ਖਾਣ ਤੋਂ ਬਿਨਾਂ ਰਹਿ ਨਹੀਂ ਹੋਣਾ, ਕਿਸੇ ਦੀ ਨਿੰਦਿਆ ਚੁਗਲੀ ਤੋਂ ਬਿਨਾਂ ਆਪਾਂ ਨੂੰ ਚਾਹ ਨਹੀਂ ਪੀਤੀ ਜਾਣੀ। ਔਖੀ ਹੈ ਰਹਿਤ। ਤੋ ਇਹ ਬਾਬਾ ਫਰੀਦ ਸਾਹਿਬ ਨੇ ਚਿੱਕੜ ਦਾ ਜ਼ਿਕਰ ਕੀਤਾ ਜੀ। ਕਹਿੰਦੇ ਸਾਰਾ ਸੰਸਾਰ ਚਿੱਕੜ ਹੈ ਤੇ ਇਸ ਚਿੱਕੜ ਦੇ ਵਿੱਚੋਂ ਕੋਈ ਵਿਰਲਾ ਹੀ ਉੱਠਿਆ ਨਹੀਂ ਤੇ ਸਾਰਿਆਂ ਨੂੰ ਡੇਗ ਲਿਆ ਇਹਨੇ। ਕੀ ਬੱਚੇ ਕੀ ਬੁੱਢੇ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਵੀ ਸੰਗਤ ਜੀ 13 ਪੋਹ ਵਾਲੇ ਦਿਨ, ਜਿੱਦਣ ਮਹਾਰਾਜ ਦੇ ਲਾਲਾਂ ਦਾ ਮੇਨ ਦਿਨ ਹੈ, ਉਦਣ ਫੋਨ ਆਇਆ, ਕਹਿੰਦੇ ਜੀ ਪ੍ਰੋਗਰਾਮ ਕੈਂਸਲ ਕਰੀਏ, ਵਿਆਹ ਆ ਗਿਆ ਇੱਕ ਤੇ ਸੰਗਤ ਸਾਰੀ ਪਿੰਡ ਦੀ ਉਸ ਵਿਆਹ 'ਚ ਹੋਣੀ ਹੈ ਤੇ ਆਪਾਂ ਨਾ ਅਗਲੇ ਦਿਨ ਰੱਖੀਏ। ਲਓ ਫਿਰ ਬਾਬਾ ਫਰੀਦ ਕਹਿੰਦੇ ਆ ਵੀ ਚਿੱਕੜ 'ਚ ਡਿੱਗ ਪਈ। ਇਹ ਚਿੱਕੜ ਹੀ ਹੈ ਸਾਰਾ ਕੁਝ। ਇਹ ਗੁਰੂ ਮਹਾਰਾਜ ਦੇ ਲਾਲਾਂ ਦਾ ਦਿਨ ਹੋਵੇ 11 ਤੋਂ 1। ਆਪਾਂ ਅਜੇ ਅੱਗੇ ਰੋਜ਼ ਕਹੀਦਾ ਸੀ। ਕੱਲ੍ਹ ਸ਼ਾਮੀ ਫੋਨ ਆਇਆ, ਕਹਿਣ ਲੱਗੇ ਜੀ ਆਪਾਂ ਅੱਗੇ ਕਰੀਏ, ਵਿਆਹ ਤੇ ਚੱਲ ਜਾਣੇ ਸਾਰੇ। ਤੇ ਮੈਂ ਕਿਹਾ ਅਗਲੇ ਦਿਨ ਵੀ ਰਹਿਣ ਦਿਓ, ਵੀ ਮੰਨ ਲਓ ਸ਼ਹੀਦੀ ਵਾਲੇ ਦਿਨ ਤੁਸੀਂ ਨੱਚਣਾ ਵਾ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਉਹਨਾਂ ਦੀ ਛਾਤੀ ਤੇ ਗਿੱਧਾ ਪਾਓਗੇ, ਡੀਜੇ ਲਾਓਗੇ, ਤੇ ਅਗਲੇ ਦਿਨ ਕੀ ਥੁੜਿਆ ਸਾਡਾ। ਹੁਣ ਮੰਨ ਲਓ ਆਪਾਂ ਕਿਸੇ ਨੂੰ ਕੋਈ ਮੁੱਕ ਜੇ ਪਿੰਡ 'ਚ ਤੇ ਉਹਦੇ ਘਰ ਉਹਦੀ ਪਈ ਹੋਵੇ ਲਾਸ਼, ਤੇ ਆਪਾਂ ਜਾ ਕੇ ਉਹਦੀ ਬੇਅਦਬੀ ਕਰ ਆਈਏ, ਉਹਨੂੰ ਮਾੜਾ ਚੰਗਾ, ਤੇ ਅਗਲੇ ਦਿਨ ਉਹਨਾਂ ਦੇ ਘਰ ਹਿਰਖ ਕਰਨ ਜਾਓਗੇ, ਕਿਹੜਾ ਮੂੰਹ ਲੈ ਕੇ ਕਰਾਂਗੇ ਹਿਰਖ। ਤੋ ਇਸ ਕਰਕੇ ਹਾਲਾਤ ਸਾਡੇ ਇੰਨੇ ਕੁ ਦਿਮਾਗ ਛੋਟਾ ਪੈਂਦਾ ਜਾਂਦਾ ਏ, ਪਤਾ ਨਹੀਂ ਕਿਉਂ। ਉਹੀ ਗੱਲ ਬਾਬੇ ਫਰੀਦ ਨੇ ਕੀਤੀ ਵੀ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ। ਕਹਿੰਦੇ ਘਰ ਦੂਰ ਹੈ ਜਿੱਥੇ ਪਹੁੰਚਣਾ ਆਪਾਂ ਸਾਰਿਆਂ ਨੇ। ਇਹ ਆਪਾਂ ਇਹੋ ਹੀ ਸਮਝਦੇ ਹਾਂ ਵੀ ਆਪਾਂ ਇੱਥੇ 70 ਕੁ ਸਾਲ ਆ, 60 80, ਇਦੋਂ ਵੱਧ ਤੇ ਰਹਿਣਾ ਨਹੀਂ ਤੇ ਜਾਣਾ ਆਪਾਂ ਦੂਰ। ਅਸਲ 'ਚ ਆਪਾਂ ਕਿਸੇ ਮੁਕਾਮ ਕਰਕੇ ਆਏ ਧਰਤੀ ਤੇ। ਉਹ ਕੀ ਹੈ? ਭਈ ਪ੍ਰਾਪਤ ਮਨੁੱਖ ਦੇਹੁਰੀਆ ਅਵਰ ਕਾਜ ਤੇਰਾ ਮਿਲ ਸਾਧ ਸੰਗਤ। ਕਹਿੰਦੇ ਮਹਾਰਾਜ ਕਹਿੰਦੇ ਤੂੰ ਜਿੱਥੇ 70 ਸਾਲ ਰਹਿਣਾ ਉੱਥੇ ਹੀ ਡੁੱਬ ਗਿਆ, ਥੋੜਾ ਜਿਹਾ ਤਾਂ ਵੀ ਨਿਕਲ, ਅੱਗੇ ਵੀ ਜਾਣਾ। ਫਰੀਦ ਸਾਹਿਬ ਕਹਿੰਦੇ ਨਾ, ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਜਣਿਓ ਹੈ, ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣਿਓ ਹੈ। ਆਓ ਸਾਧ ਸੰਗਤ ਜੀ ਜੁੜੀਏ ਜੀ। ਵਾਹਿਗੁਰੂ 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 ਵਾਹਿਗੁਰੂ। ਜਾਏ ਮਿਲਾ ਤਿਨ ਸਜਣਾ, 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 ਜਾਏ ਮਿਲਾ
ਤਿਨ ਸਜਣਾ ਜਾਏ ਮਿਲਾ ਤਿਨ ਸਜਣਾ ਟੁੱਟੋ ਨਾਹੀ ਨੇਹ ਟੁੱਟੋ ਨਾਹੀ ਨੇਹ ਨਾਹੀ ਨੇ ਨਾਹੀ ਨੇ ਜਾਏ ਮਿਲਾ ਤਿਨ ਸਜਣਾ ਜਾਏ ਮਿਲਾ ਤਿਨ ਸਜਣਾ ਜਾਏ ਮੇਰਾ ਤਿਨ ਸਜਣਾ ਜਾਏ ਮੇਰਾ ਤਿਨ ਸਜਣਾ ਸੱਜਣ ਸੱਚਾ ਪਾਤਸ਼ਾਹ ਸੱਜਣ ਸੱਚਾ ਪਾਤਸ਼ਾਹ ਸੱਚਾ ਪਾਤਸ਼ਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੇ ਸਾਹ ਸਿਰ ਸਾਂਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਜਿਸ ਪਾਸ ਬੈਠਿਆ ਸੋਹੀਐ ਪਾਸ ਬੈਠਿਆ ਸੋਈਐ ਜਿਸ ਪਾਸ ਬੈਠਿਆ ਸੋਈ ਸਭਨਾਂ ਦਾ ਵੇਸਾਹ ਸਭਨਾਂ ਦਾ ਵੇਸਾਹ ਸਭਨਾ ਦਾ ਵੇਸਾਹੁ ਸਭਨਾ ਦਾ ਵੇਸਾਹੁ ਜਾਏ ਮਿਲਾ ਤਿਨ ਸਜਣਾ ਜਾਏ ਮਿਲਾ ਤਿਨ ਸਜਣਾ ਜਾਏ ਮੇਰਾ ਤਿਨ ਸਜਣਾ ਜਾਏ ਮੇਰਾ ਤਿਨ ਸਜਣਾ ਜਾਏ ਮਿਲਾ ਤਿਨ ਸਜਣਾ ਜਾਏ ਮਿਲਾ ਤਿਨ ਸਜਣਾ ਜਾਏ ਮਿਲਾ ਤਿਨ ਸਜਣਾ ਵਾਹਿਗੁਰੂ ਜੀ ਖਾਲਸਾ